देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार जगतार सिंह जी सीनियर जर्नलिस्ट और सरदार हमीद सिंह जी। मैं जी आया आखदा। थैंक यू, शुक्रिया जी। पंजाब के सियासी पानियां नूं उबण लाता कुंवर विजय प्रताप सिंह ने। लंघे दिन स्कूल ऑफ एमीनेंस तो बाद जिहड़ी रैली सी रणजीत एवेन्यू च ਉਹ ਹਲਕਾ ਸੀਗਾ ਕੁੰਵਰ ਵਿਜੇ ਪ੍ਰਤਾਪ ਦਾ। ਬੁਨਿਆਦੀ ਤੌਰ ਤੇ ਤਾਂ ਚਾਹੀਦਾ ਇਹ ਸੀਗਾ ਜਿਵੇਂ ਪ੍ਰੋਟੋਕਾਲ ਹੁੰਦੇ ਆ ਬਾਕੀ ਪਾਰਟੀਆਂ ਦੇ, ਇਹਨਾਂ ਨੇ ਤਾਂ ਸੱਤਾ ਚੋਣ ਤੋਂ ਬਾਅਦ ਕੋਈ ਰੈਲੀ ਕੀਤੀ ਨਹੀਂ। ਉਹਦੇ ਵਿੱਚ ਮੰਚ ਤੇ ਹਮੇਸ਼ਾ ਹਲਕਾ ਵਿਧਾਇਕ ਤੇ ਹਲਕੇ ਦੇ ਇੰਚਾਰਜ ਨੂੰ ਬਿਠਾਇਆ ਜਾਂਦਾ ਹੈ, ਲੇਕਿਨ ਕੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਨਜ਼ਰ ਨਹੀਂ ਆਏ। ਹਾਲਾਂਕਿ ਅੱਜ ਉਹ ਸਨਅਤਕਾਰਾਂ ਦੀ ਮੀਟਿੰਗ 'ਚ ਅੰਮ੍ਰਿਤਸਰ 'ਚ ਦੇਖੇ ਗਏ। ਸਰਦਾਰ ਹਮੀਰ ਸਿੰਘ ਜੀ, ਮੈਂ ਬਿਲਕੁਲ ਸਿਆਸਤ ਤੇ ਆਉਣਾ ਚਾਹੂੰਗਾ। ਸਿਆਸੀ ਮਾਹੌਲ ਜਿਹੜਾ ਹੈ ਉਹ ਬੜਾ ਗਰਮ ਹੋਇਆ ਪਿਆ। ਜਿਸ ਤਰੀਕੇ ਨਾਲ ਇਹਨਾਂ ਦੇ ਸੱਤਾਧਾਰੀਆਂ ਦੇ ਇੱਕ ਐਮਐਲਏ ਨੇ, ਉਹ ਐਮਐਲਏ ਜਿਹੜਾ ਭਗਵੰਤ ਮਾਨ ਤੋਂ ਬਾਅਦ ਸਭ ਤੋਂ ਵੱਡਾ ਚਿਹਰਾ ਸੀ ਇਹਨਾਂ ਕੋਲ ਇਲੈਕਸ਼ਨ ਤੋਂ ਪਹਿਲਾਂ, ਔਰ ਉਹਨੂੰ ਬੜੀ ਧੂਮਧਾਮ ਨਾਲ ਲਿਆਂਦਾ ਸੀ ਜਦੋਂ ਉਹਨਾਂ ਨੇ ਪੁਲਿਸ ਵਿਭਾਗ ਦੀ ਨੌਕਰੀ ਛੱਡੀ ਸੀਗੀ, ਔਰ ਛੱਡੀ ਵੀ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਸੀ, ਔਰ ਅੱਜ ਵੀ ਉਹ ਕਮਿਟਡ ਨੇ। ਭਾਵੇਂ ਉਹਨਾਂ ਦੀ ਆਲੋਚਨਾ ਵੀ ਹੁੰਦੀ ਰਹਿੰਦੀ ਆ। ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਗੱਲ ਕਿੱਦਾਂ ਕਹੀ ਹੈ, ਇਹ ਗੱਲ ਵੱਖਰੀ ਆ। ਭਾਵੇਂ ਉਹਨਾਂ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਫੇਸਬੁੱਕ ਦੀਵਾਰ ਤੇ ਜਾ ਕੇ ਕਮੈਂਟ ਲਿਖਿਆ, ਪਰ ਜਿਹੜੀ ਗੱਲ ਕਹੀ ਆ ਉਹ ਬੜੀ ਸੱਚ ਦੇ ਨੇੜੇ ਆ ਕਿ ਛਿਹਾਟਾ ਜਾਣਿਆ ਜਾਂਦਾ ਹੈ ਕਾਮਰੇਡ ਡਾਂਗ ਨੂੰ ਲੈ ਕੇ, ਉਹਦੇ ਪਰਿਵਾਰ ਨੂੰ ਲੈ ਕੇ। ਪਿਛਲੀ ਕਾਂਗਰਸ ਸਰਕਾਰ 'ਚ ਉੱਤੇ ਪੈਸੇ ਲੱਗੇ, ਉਹ ਕਹਿੰਦੇ ਮੈਂ ਉੱਥੇ ਜਾ ਕੇ ਵੀ ਆਇਆ। ਜੇ ਇਹ ਕਮੈਂਟ ਸੱਚ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੀ ਆ, ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣ ਤੱਕ ਚੁੱਪ ਨੇ ਜਾਂ ਉਹਨਾਂ ਖੰਡਨ ਕਰ ਦਿੰਦੇ। ਜੇਕਰ ਇਹ ਉਹਨਾਂ ਨੇ ਨਹੀਂ ਲਿਖਿਆ, ਹਾਲਾਂਕਿ ਹੁਣ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋ ਗਿਆ ਸੀ ਕਿ ਡਾਕਟਰ ਇੰਦਰਬੀਰ ਨਿੱਜਰ ਨੇ ਉਹਨੂੰ ਡਿਲੀਟ ਕਰਤਾ, ਔਰ ਹੁਣ ਇਹ ਵੀ ਆ ਗਿਆ ਕਿ ਕੱਲ ਦੀ ਉਹ ਰੈਲੀ 'ਚ ਸ਼ਾਮਲ ਨਹੀਂ ਸੀ, ਅੱਜ ਸਨਅਤਕਾਰਾਂ ਦੀ ਮੀਟਿੰਗ 'ਚ ਸ਼ਾਮਲ ਹੋ ਗਏ। ਹੋ ਸਕਦਾ ਕੱਲ ਸ਼ਾਮ ਨੂੰ ਕੋਈ ਮੁਲਾਕਾਤ ਹੋ ਗਈ ਹੋਵੇ। ਜਿੰਨੀ ਪੋਲੀਟੀਕਲ ਕਵਾਇਦ ਹੁੰਦੀ ਹੈ ਇਸ ਤਰ੍ਹਾਂ ਦੇ ਮਾਮਲਿਆਂ 'ਚ ਕਿ ਹੋਰ ਕਿਰਕਰੀ ਨਾ ਹੋਵੇ, ਹੋ ਸਕਦਾ ਪਰਦੇ ਪਿੱਛੇ ਉਹ ਚੈਨਲ ਚੱਲਣ ਤੋਂ ਬਾਅਦ ਕੋਈ ਆਪਸੀ ਸਹਿਮਤੀ ਬਣ ਗਈ ਹੋਵੇ, ਉਹਨਾਂ ਦਾ ਗੁੱਸਾ ਦੂਰ ਕਰਤਾ ਗਿਆ ਹੋਵੇ। ਉਹਨਾਂ ਦੇ ਹਲਕੇ ਦੇ ਵਿੱਚ ਪਹਿਲੀ ਸਿਆਸੀ ਰੈਲੀ ਸੀ ਪਾਵਰ 'ਚ ਆਉਣ ਤੋਂ ਬਾਅਦ, ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾ ਸਟੇਜ ਤੇ ਸੀ, ਨਾ ਸਾਹਮਣੇ ਮੰਤਰੀਆਂ ਤੇ ਐਮਐਲਏਸ ਵਾਲੀ ਰੋਚ ਦੇਖੇ ਗਏ। ਜੇ ਕਿਤੇ ਇੱਧਰ ਉੱਧਰ ਹੋਏ ਹੁਣ ਤਾਂ ਪਤਾ ਨਹੀਂ। ਸੋ ਮੈਂ ਸਾਰੀ ਸਿਚੁਏਸ਼ਨ ਨੂੰ ਸਮਝਣਾ ਚਾਹੁੰਦਾ ਹੈ, ਕਿਉਂਕਿ ਸਮੁੱਚੀ ਵਿਰੋਧੀ ਧਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਰਾਹੀਂ ਜਿੱਡਾ ਵੱਡਾ ਹਮਲਾ ਕਰ ਰਹੀ ਹੈ। ਨੰਬਰ 1 ਤੇ ਨੰਬਰ 2 ਦੇ ਉੱਤੇ ਇਸ਼ਤਿਹਾਰਬਾਜ਼ੀ ਦਾ ਹੜ ਆ ਗਿਆ। ਪਿਛਲੇ ਕਾਫੀ ਸਮੇਂ ਤੋਂ 5-7 ਦਿਨਾਂ ਤੋਂ ਪੂਰੀਆਂ ਅਖਬਾਰਾਂ, ਟੀਵੀ ਚੈਨਲਸ ਔਰ ਹੋਰਡਿੰਗ ਬੋਰਡ, ਜੋ ਵੀ ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਕੁ ਪੈਸਾ ਲੱਗ ਰਿਹਾ, ਭਗਵੰਤ ਮਾਨ ਸਾਹਿਬ ਸ਼ਾਇਦ ਖੁਦ ਐਨਾਲਿਸਿਸ ਨਹੀਂ ਕਰ ਰਹੇ ਜਾਂ ਉਹਨਾਂ ਨੂੰ ਅੰਦਾਜ਼ਾ ਹੀ ਨਾ ਹੋਵੇ ਕੌਣ ਕਰਾ ਰਿਹਾ ਤੇ ਕਿਵੇਂ ਹੋ ਰਿਹਾ। ਉਹਨਾਂ ਨੂੰ ਸੋਚਣ ਦੀ ਇੱਥੇ ਲੋੜ ਆ। ਪਹਿਲਾਂ ਸਭ ਤੋਂ ਪੋਲੀਟੀਕਲ ਜੋ ਹੋ ਰਿਹਾ ਜੀ, ਉੱਤੇ ਮੈਂ ਜਾਣਾ ਚਾਹੂੰਗਾ। ਪੋਲੀਟੀਕਲੀ ਤਾਂ ਅਸਲ 'ਚ ਮੈਨੂੰ ਇਹ ਲੱਗਦਾ ਕਿ ਆਪੋਜੀਸ਼ਨ ਕੋਲ ਕੁਝ ਕਹਿਣ ਨੂੰ ਹੀ ਨਹੀਂ ਹੈ। ਉਹ ਕੋਈ ਸਹਾਰਾ ਜਾਂ ਭਾਲ ਕੇ ਉਹਨਾਂ ਨੇ ਬਾਅਦ 'ਚ ਬਿਆਨ ਦੇਤੇ ਕੁੰਵਰ ਵਿਜੇ ਪ੍ਰਤਾਪ ਕੀ ਕਹਿ ਰਿਹਾ। ਆਪੋਜੀਸ਼ਨ ਕੋਲ ਆਪਣੇ 5 ਸਾਲ ਦਾ ਡਾਟਾ ਕਿਉਂ ਨਹੀਂ ਹੈ? ਸਮਾਰਟ ਸਕੂਲ ਕਿੰਨੇ ਬਣੇ ਸੀ, ਇਹਦਾ ਡਾਟਾ ਚੱਕ ਕੇ ਉਹ ਸਾਹਮਣੇ ਲਿਆਉਂਦੇ। ਸਕੂਲ ਆਫ ਐਮੀਨੈਂਸ ਤੇ ਸਮਾਰਟ ਸਕੂਲ 'ਚ ਫਰਕ ਕੀ ਹੈ? ਫਿਰ ਤੱਕ ਹੁੰਦਾ ਕਿ ਲੀਡਰ ਆਫ ਦੀ ਆਪੋਜੀਸ਼ਨ ਕੋਈ ਭੂਮਿਕਾ ਅਦਾ ਕਰ ਰਹੇ ਨੇ। ਆਫਟਰ ਉਹਨਾਂ ਦੇ ਵੀ ਤਾਂ ਉਨੇ ਬੰਦੇ ਨੇ ਉਹਨਾਂ ਥਾਵਾਂ ਤੇ। ਹੁਣ ਕੋਈ ਹਲਕਾ ਇੰਚਾਰਜ ਹੋਊ, ਪਹਿਲਾਂ ਐਮਐਲਏ ਹੋਊਗਾ, ਮਿਨਿਸਟਰ ਸੀਗੇ। ਪੰਜਾਬ ਦੇ ਕਿੰਨੇ ਸਕੂਲ ਸਮਾਰਟ ਸਕੂਲ 'ਚ ਕਨਵਰਟ ਹੋਏ? ਪੰਜਾਬ ਦੇ ਕਿੰਨੇ ਸਕੂਲ ਮੈਰੀਟੋਰੀਅਸ ਸਕੂਲ 'ਚ ਕਨਵਰਟ ਹੋਏ? ਪੰਜਾਬ ਦੇ ਕਿੰਨੇ ਸਕੂਲ ਆਦਰਸ਼ ਸਕੂਲ ਨੇ? ਡਿਫਰੈਂਟ ਟਾਈਪ ਦੀਆਂ ਸਾਡੇ ਕੋਲ ਯੋਜਨਾਵਾਂ, ਡਿਫਰੈਂਟ ਟਾਈਪ ਦੀ ਗੱਲ ਹੈ। ਤਾਂ ਫਿਰ ਇਹਦੇ ਤੇ ਥਿਓਰੀਟੀਕਲੀ ਵੀ ਵਰਕ ਕਰਨ ਵਾਲਾ, ਇਕੱਲਾ ਪ੍ਰੈਕਟੀਕਲੀ ਨਹੀਂ। ਜਦੋਂ ਪੋਲਿਟਿਕਸ ਤੁਸੀਂ ਕਰਦੇ ਹੋ ਕਿ ਸਕੂਲ ਆਫ ਐਮੀਨੈਂਸ ਦੇ ਜਿਹੜਾ ਪਾਲਿਸੀ ਪ੍ਰੋਗਰਾਮ ਹੈ ਉਹਦਾ ਤੇ ਸਮਾਰਟ ਸਕੂਲ ਦਾ ਕੀ ਫਰਕ ਹੈ? ਦੋਨਾਂ 'ਚ ਕੋਈ ਫਰਕ ਹੈ? ਇੱਕ ਅੱਧੀ ਕੰਧ ਵਾਧੂ ਹੈ ਕਿ ਨਹੀਂ, ਜਾਂ ਉਹ ਵੀ ਵਾਧੂ ਨਹੀਂ ਹੈ? ਜੇ ਸੇਮ ਹੀ ਆ, ਇਕੱਲਾ ਨਾਮ ਹੀ ਦੂਜਾ ਰੱਖਤਾ, ਤਾਂ ਫਿਰ ਸਮਾਰਟ ਸਕੂਲਾਂ ਤੇ ਫੱਟੇ ਕਿਉਂ ਲਾਏ ਜਾ ਰਹੇ ਨੇ? ਔਰ ਫੱਟੇ ਕੇਵਲ ਇੱਥੇ ਨਹੀਂ, ਜਦੋਂ ਮੁਹੱਲਾ ਕਲੀਨਿਕ ਸ਼ੁਰੂ ਹੋਏ ਦਰਜਨਾਂ ਪਿੰਡਾਂ 'ਚ ਲੋਕਾਂ ਨੇ ਰੌਲਾ ਪਾਇਆ ਵੀ ਸਾਡੀ ਚੰਗੀ ਭਲੀ ਡਿਸਪੈਂਸਰੀ ਨਾ ਛੇੜੋ, ਹੋਰ ਥਾਂ ਦੇ ਦਿੰਦੇ ਆ, ਮੁਹੱਲਾ ਕਲੀਨਿਕ ਪਾਉਣਾ, ਉਹਦਾ ਕਮਰਾ ਉੱਥੇ ਪਾ ਲਓ ਤੁਸੀਂ ਜੇ ਲੱਗ ਜਾਂਦੇ ਹੋ, ਸਾਡਾ ਰਹਿਣ ਦੋ ਉਸ ਤਰੀਕੇ ਦੇ ਨਾਲ। ਔਰ ਕਿੰਨੀਆਂ ਥਾਵਾਂ ਤੇ ਰੌਲਾ ਪਿਆ ਵੀ ਬਦਲਿਆ ਕੁਝ ਨਹੀਂ ਹੈ ਤੇ ਫੱਟਾ ਬਦਲ ਦਿੱਤਾ ਗਿਆ। ਅੰਮ੍ਰਿਤਸਰ 'ਚ ਤਾਂ ਇਹ ਵੀ ਰੌਲਾ ਪੈ ਗਿਆ ਕਿ ਉੱਥੇ ਜਿਹੜੇ ਫੋਟੋਆਂ ਵੀ ਉਤਾਰ ਕੇ ਚੀਫ ਮਿਨਿਸਟਰ ਦੀ ਕਿਉਂ ਲੱਗੀ ਹੈ ਫੋਟੋ, ਤੇ ਜਿੱਥੇ ਸ਼ਹੀਦਾਂ ਦੀ ਫੋਟੋ ਲੱਗੀ ਹੋਈ ਸੀ ਕਿਸੇ ਸਮੇਂ ਦੇ ਵਿੱਚ। ਇਸ ਲਈ ਜਿਹੜਾ ਇਹ ਪੈਟਰਨ ਹੈ ਗੌਰਮੈਂਟਾਂ ਚਲਾਉਣ ਦਾ, ਕੀ ਤੁਸੀਂ ਥੋੜਾ ਜਿਹਾ ਕਰਕੇ ਉਹਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਇਹ ਦੱਸਣਾ ਚਾਹੁੰਦੇ ਹੋ ਵੀ ਇਹਨੂੰ ਹੀ ਲੋਕ ਸਾਰਾ ਸਮਝ ਲੈਣ, ਸਾਡੀ ਗੱਲ ਮੰਨ ਲੈਣ ਪੂਰੀ ਤਰ੍ਹਾਂ, ਔਰ ਜਾਂ ਫਿਰ ਤੁਸੀਂ ਪੂਰਾ ਕਰਕੇ ਕੇਵਲ ਇਨਫਾਰਮ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਕਿ ਦੇਖੋ ਅਸੀਂ ਆਹ ਕੀਤਾ, ਆਹ ਸਾਡੀ ਪਾਲਿਸੀ ਦਾ ਇੱਕ ਸੈਟਅਪ ਹੈ? ਇਹਦੇ 'ਚ ਲੱਗਦਾ ਇਹ ਹੈ ਕਿ ਅਜੇ 1.5 ਸਾਲ ਬਾਅਦ ਪਹਿਲਾ ਤੁਸੀਂ ਸਕੂਲ ਦਾ ਉਦਘਾਟਨ ਕਰਨ ਜਾ ਰਹੇ ਹੋ,
ਉਸੇ ਤੇ ਬਾਹਰਲਾ ਕੋਈ ਬੰਦਾ ਨਹੀਂ, ਤੁਹਾਡਾ ਆਪਣਾ ਐਮਐਲਏ ਕੁੰਵਰ ਵਿਜੇ ਪ੍ਰਤਾਪ ਦੀ ਇੱਕ ਰਿਸਪੈਕਟ ਇਸ ਕਰਕੇ ਬਣਦੀ ਹੈ ਕਿ 92 ਦੇ ਵਿੱਚੋਂ ਕੋਈ ਮੰਤਰੀ ਸੰਤਰੀ ਕੋਈ ਨਹੀਂ ਬੋਲ ਰਿਹਾ। ਉਹਨੇ ਪਹਿਲਾਂ ਬਰਗਾੜੀ ਦੇ ਮਾਮਲੇ 'ਚ ਸਟੇਜ ਤੇ ਜਾ ਕੇ ਕਿਹਾ ਕਿ ਮੈਂ ਬਹੁਤ ਜ਼ੋਰ ਲਾ ਚੁੱਕਿਆ ਤੇ ਮੇਰੀ ਮੰਨ ਲਓ ਕਿ ਇਹਦੇ 'ਚ ਨਿਆਂ ਨਹੀਂ ਮਿਲਣਾ, ਹੁਣ ਇਸ ਤੋਂ ਬਾਅਦ ਨਿਆਂ ਦਾ ਸਕੋਪ ਨਹੀਂ ਹੈ। ਐਨ ਸਟੇਜ ਤੇ ਜਿੱਥੇ ਕੁਲਤਾਰ ਸਿੰਘ ਸੰਧਵਾ ਵੀ ਬੈਠੇ ਸੀ, ਜਿੱਥੇ ਕੁੰਵਰ ਵਿਜੇ ਪ੍ਰਤਾਪ ਨੇ ਬੋਲਿਆ। ਔਰ ਫਿਰ ਦੂਜੀ ਗੱਲ, ਉਹਨੇ ਲਗਾਤਾਰ ਜਿਹੜੇ ਬਾਕੀ ਦੇ ਮਸਲੇ, ਅੰਮ੍ਰਿਤਸਰ ਦਾ ਹੀ ਮਾਮਲਾ ਉਠਾਇਆ, ਅਸੈਂਬਲੀ 'ਚ ਵੀ ਉਹਨੇ ਕਿਹਾ ਮੈਨੂੰ 10 ਮਿੰਟ ਦੇ ਦਿਓ ਘੱਟੋ ਘੱਟ ਉੱਤੇ ਗੱਲ ਕਰਨ ਦੇ ਲਈ, ਜਿਹੜੇ ਨਹੀਂ ਦਿੱਤੇ ਗਏ। ਫਿਰ ਉਹਨੇ ਮਾਮਲਾ ਉਠਾਇਆ ਸੀ ਉਹ ਜਿਹੜਾ ਸੁਖਬੀਰ ਬਾਦਲ ਦਾ ਇੱਕ ਪ੍ਰੋਜੈਕਟ ਸੀਗਾ, ਉਹ ਬੱਸਾਂ ਵਿਚਾਲੇ ਦੀ BRTS ਵੀ ਜਿਹੜਾ ਬੰਦ ਹੋ ਗਿਆ, ਟੁੱਟ ਬੰਦ ਹੋਣ ਦੇ ਬਰਾਬਰ ਜੇ, ਉੱਥੇ ਸਰਕਾਰ ਨੇ ਜਵਾਬ ਨਹੀਂ ਦਿੱਤਾ ਕਿ ਸਾਰਾ ਕੁਝ ਨਾ ਵਾਧੇ ਲਈ ਨਹੀਂ ਕਰਦੀ ਹੁੰਦੀ ਸਰਕਾਰ, ਕਈ ਘਾਟੇ 'ਚ ਵੀ ਲੋਕਾਂ ਨੂੰ ਸੇਵਾ ਕਰਨ ਲਈ ਕਰਦੀ ਹੁੰਦੀ ਹੈ। ਮਤਲਬ ਇਹ ਚੀਜ਼ਾਂ, ਇਹ ਜਵਾਬ ਦਿੱਤਾ ਗਿਆ ਸੀ ਉਸ ਸਮੇਂ ਮਿਨਿਸਟਰ ਵੱਲੋਂ, ਸ਼ਾਇਦ ਨਿੱਜਰ ਸਾਹਿਬ ਵੀ ਉਦੋਂ ਤਾਂ ਸੀਗੇ, ਇਹਨਾਂ ਦਾ ਉਹੀ ਸੀਗੇ, ਇਹਨਾਂ ਦਾ ਮਹਿਕਮਾ ਲਿਆ ਨਹੀਂ ਸੀਗਾ ਉਦੋਂ ਵਾਪਸ ਅਜੇ, ਉਹਨਾਂ ਦਾ ਜਵਾਬ ਇਹ ਸੀਗਾ। ਪਰ ਉਹ ਬੰਦ ਹੋ ਗਈਆਂ ਨੇ, ਤੁਹਾਡੇ ਸਾਹਮਣੇ ਹੈ, ਤੇ ਉੱਥੇ ਕੁਝ ਵੀ ਉਸ ਲੈਵਲ ਦੀ ਗੱਲ ਨਹੀਂ ਹੈ। ਤੇ ਅਗਲੀ ਗੱਲ ਫਿਰ ਹੁਣ ਇਹਦੇ ਤੇ ਵੀ ਉਹਨੇ ਇੱਕ ਹਲਕਾ ਹੈ, ਇਟ ਮੀਨਸ ਕੀ ਉਹਨੂੰ ਰਿਸਪੈਕਟਫੁਲੀ ਸੱਦਾ ਨਹੀਂ ਦਿੱਤਾ ਗਿਆ, ਕੀ ਉਹਦਾ ਰੋਲ ਹੀ ਨਹੀਂ ਸੀ ਫਿਰ ਜਦ ਉਹਦੇ ਹਲਕੇ 'ਚ ਰੈਲੀ ਕਰਨੀ ਹੈ, ਕਿ ਤੁਹਾਡੇ ਹਲਕੇ 'ਚ ਰੈਲੀ ਕਰਨੀ ਹੈ, ਪਲਾਨਿੰਗ ਇੰਚਾਰਜ ਰੈਲੀ ਦਾ ਬਲਕਿ ਉਹ ਸੰਬੰਧਿਤ ਹਲਕੇ ਦਾ ਬੰਦਾ ਹੋਣਾ ਚਾਹੀਦਾ ਕਿਸੇ ਨਾ ਕਿਸੇ ਰੂਪ 'ਚ, ਜਾਂ ਉਹਨੂੰ ਸੱਦਿਆ ਨਹੀਂ ਗਿਆ ਤੇ ਕਿਉਂ ਨਹੀਂ ਸੱਦਿਆ ਗਿਆ, ਜਾਂ ਉਹ ਉਦੋਂ ਪਹਿਲਾਂ ਹੀ ਕੋਈ ਉਹਨਾਂ ਦੇ ਕੋਈ ਏਜੰਡੇ ਖੜੇ ਸੀ, ਮੁੱਦੇ ਖੜੇ ਸੀ, ਇਹ ਡੀਲ ਨਹੀਂ ਸੀ ਕਰਦੇ ਤੇ ਗੁੱਸੇ 'ਚ ਨਹੀਂ ਗਏ। ਜਾਂ ਤਾਂ ਹੁਣ ਚੀਫ ਮਿਨਿਸਟਰ ਦੱਸ ਸਕਦੇ ਨੇ ਕਿ ਕੀ ਪ੍ਰੋਬਲਮ ਹੈ। ਇਦੋਂ ਪਹਿਲਾਂ ਉਹ ਇੱਕ ਬਿਆਨ ਦੇ ਚੁੱਕੇ ਨੇ ਹੋਰ, ਜਿਹੜਾ ਬੜਾ ਪੋਲੀਟੀਕਲ ਤੇ ਸਖਤ ਬਿਆਨ ਹੈ। ਉਹ ਬਿਆਨ ਇਹ ਦਿੱਤਾ ਸੀ ਉਹਨਾਂ ਨੇ ਕਿ ਮੈਂ ਪਹਿਲਾਂ ਸੰਬੰਧਿਤ ਮਿਨਿਸਟਰ ਕੋਲ ਜਾਣਾ, ਕੋਈ ਕੰਮ ਨਹੀਂ ਹੁੰਦਾ, ਫਿਰ ਚੀਫ ਮਿਨਿਸਟਰ ਭਗਵੰਤ ਮਾਨ ਕੋਲ ਜਾਣਾ ਕੋਈ, ਫਿਰ ਰਾਘਵ ਚੱਡੇ ਕੋਲ ਜਾਣਾ, ਤਾਂ ਕਿਤੇ ਨਾ ਕਿਤੇ ਕੋਈ ਕੰਮ ਹੁੰਦਾ ਕਿਸੇ ਨਾ ਕਿਸੇ ਰੂਪ 'ਚ। ਐਡੇ ਸਖਤ ਬਿਆਨ ਮੇਰਾ ਖਿਆਲ ਕੋਈ ਆਪੋਜੀਸ਼ਨ ਵੀ ਨਹੀਂ ਦੇ ਰਹੀ ਕਿਸੇ ਨਾ ਕਿਸੇ ਰੂਪ 'ਚ। ਨਾ ਤਾਂ ਆਮ ਆਦਮੀ ਪਾਰਟੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਦੀ ਹੈ ਵੀ ਐ ਕਹੇ ਵੀ ਤੁਸੀਂ ਕੀ ਜਵਾਬ ਤਲਬੀ ਆਊਗੀ ਜੀ, ਫਲਾਨੀ ਜਗ੍ਹਾ ਆ ਕਰਾਂਗੇ ਆ ਕਰਾਂਗੇ, ਇਟ ਮੀਨ ਉਹਦੀ ਗੱਲ ਠੀਕ ਮੰਨੀ ਜਾਏ। ਫਿਰ ਜੋ ਐਲੀਗੇਸ਼ਨ ਲੱਗ ਰਹੇ ਨੇ ਤਾਂ ਉੱਤੇ ਚੁੱਪ ਧਾਰ, ਜੋ ਚੁੱਪ ਧਾਰਨਾ ਤਾਂ ਕਿਸੇ ਵੀ ਰੂਪ ਦੇ ਵਿੱਚ ਨਹੀਂ, ਉਹ ਐਲੀਗੇਸ਼ਨ ਕੱਲਾ ਕੁੰਵਰ ਵਿਜੇ ਪ੍ਰਤਾਪ ਦੇ ਨਹੀਂ। ਇੱਕ ਤਾਂ ਉਹ ਚੁਣਿਆ ਹੋਇਆ ਨੁਮਾਇੰਦਾ ਹੈ, ਤੁਹਾਡੀ ਪਾਰਟੀ ਦਾ ਸਨਮਾਨਿਤ ਅਹੁਦੇਦਾਰ ਹੈ, ਤੇ ਉਦੋਂ ਬਾਅਦ ਵੀ ਚੁਣੇ ਹੋਏ 117 ਚੋਂ ਤਾਂ ਇੱਕ ਹੈਗਾ ਹੀ ਹੈ। ਤੇ ਇਦੋਂ ਬਾਅਦ ਵੀ ਜਿਹੜੇ ਲੋਕਾਂ ਦੀ ਆਪਣੀ ਜ਼ੁਬਾਨ ਨਹੀਂ ਹੁੰਦੀ, ਉਹਨੂੰ ਜ਼ੁਬਾਨ ਜੇਕਰ ਉਹ ਦੇ ਰਿਹਾ ਬਾਕੀ ਦੇ ਮਾਮਲਿਆਂ ਦੇ ਵਿੱਚ ਵੀ, ਤਾਂ ਤੁਹਾਨੂੰ 3.25 ਕਰੋੜ ਲੋਕਾਂ ਨੂੰ ਜਵਾਬ ਦੇ, ਜਦੋਂ ਤੁਸੀਂ ਦਾਅਵਾ ਕਰਦੇ ਹੋ ਤਾਂ ਉਹਨਾਂ ਸਾਹਮਣੇ ਜਵਾਬ ਦੇ ਹੋਣਾ ਚਾਹੀਦਾ ਹੈ, ਉਸ ਗੱਲ ਨੂੰ ਸਭ ਦੇ ਸਾਹਮਣੇ ਦੱਸਣਾ ਚਾਹੀਦਾ ਹੈ। ਹੁਣ ਇਹਦੇ ਸਾਹਮਣੇ ਸਵਾਲ ਦੋ ਪੈਦਾ ਹੋ ਗਏ ਵੱਡੇ। ਸਭ ਤੋਂ ਪਹਿਲੀ ਗੱਲ, ਸਰਕਾਰ ਨੂੰ ਕਲੀਅਰ ਕੱਟ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਿ ਤੁਹਾਡੇ ਇਦੋਂ ਪਹਿਲਾਂ ਦੇ ਸਮਾਰਟ ਸਕੂਲ ਦੀ ਪਾਲਿਸੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ, ਅਮਰਿੰਦਰ ਸਰਕਾਰ ਦੀ ਵੀ ਨਹੀਂ ਸੀ, ਕਿਸੇ ਦੀ ਨਹੀਂ ਸੀ। ਸਾਰੇ ਸਟੇਟਾਂ 'ਚ ਉਹਨਾਂ ਨੇ ਪੈਸਾ ਦਿੱਤਾ, ਬਿਲਡਿੰਗਾਂ ਬਣਵਾਈਆਂ, ਕੰਪਿਊਟਰ ਦਿੱਤੇ। ਆ ਜਿਹੜੇ ਸਾਰੇ ਕੰਪਿਊਟਰ ਦੇ ਜੇਕਰ ਬਿਜਲੀ ਨਹੀਂ ਆਉਂਦੀ ਤਾਂ ਉਹਦੇ ਨਾਲ ਜਨਰੇਟਰਾਂ ਦੇ ਸਵਾਲ, ਇਹ ਸਾਰੇ ਕੁਝ ਦਿੱਤੇ ਨੇ। ਇਹ ਗਵਰਨਮੈਂਟ ਆਫ ਇੰਡੀਆ ਦੀ ਇੱਕ ਪਾਲਿਸੀ ਹੈ ਸਮਾਰਟ ਸਕੂਲਾਂ ਦੀ, ਸਾਰੇ ਕਿਤੇ ਗਏ। ਔਰ ਉਸ ਸਾਰੇ ਸਮਾਰਟ ਸਕੂਲਾਂ ਦੇ ਵਿੱਚ ਜਿਹੜਾ ਸਾਰਾ ਦਿੱਤਾ ਨਾ, ਇੱਥੇ ਬੁਨਿਆਦੀ ਢਾਂਚਾ ਉਹ 5 ਪੁਆਇੰਟ ਜੇ ਦਿੱਤੇ ਨੇ ਐਵੇਂ ਸਕੂਲ ਆਫ ਐਮੀਨੈਂਸ ਲਈ, ਮੈਨੂੰ ਤਾਂ ਇਹਨਾਂ 5 ਚੋਂ ਤਾਂ ਕੋਈ ਵੱਖਰਾ ਨਹੀਂ ਲੱਗਿਆ ਉਹਨਾਂ ਨਾਲੋਂ। ਜੇਕਰ ਕੋਈ ਹੈ ਮਾੜਾ ਮੋਟਾ ਵੀ ਇਹ ਟੀਵੀ ਦੀ ਸਕਰੀਨ ਛੋਟੀ ਸੀ, ਅਸੀਂ LCD ਬੜੀ ਦੇਤੀ, ਜਾਂ ਕੋਈ ਮਾੜਾ ਮੋਟਾ ਕੁਝ ਕਰਤਾ, ਉਹ ਮੈਨੂੰ ਨਹੀਂ ਪਤਾ। ਨਵੇਂ ਟੀਚਰ ਤਾਂ ਆਏ ਨਹੀਂ, ਨਵਾਂ ਕੋਈ ਬਾਕੀ ਦਾ ਚੀਜ਼ ਤਾਂ ਆਈ ਨਹੀਂ ਹੋਰ ਜਿਹੜੀ ਕੋਈ ਨਵੀਂ ਹੋਏ। ਹੁਣ ਪੰਜਾਬ ਦੇ ਵਿੱਚ ਇੱਕ ਡਾਟਾ ਸਾਹਮਣੇ ਲਿਆਉਣਾ ਚਾਹੀਦਾ ਸਰਕਾਰ ਨੂੰ ਕਿ ਇੰਨੇ ਸਮਾਰਟ ਸਕੂਲ ਨੇ ਬਣੇ ਹੋਏ, ਉਹਨਾਂ ਨੂੰ ਅਸੀਂ ਸਮਾਰਟ ਰਹਿਣ ਦੇਵਾਂਗੇ, ਅਸੀਂ ਆਪਣੇ ਦਮ ਤੇ ਇੰਨੇ ਸਕੂਲ ਆਫ ਐਮੀਨੈਂਸ ਬਣਾਵਾਂਗੇ, ਇੰਨੀ ਉਹਦੇ ਤੇ ਕਾਸਟ ਆਏਗੀ, ਇਹਦੇ 'ਚ ਅਸੀਂ ਆਹ ਤਰੀਕਾ ਕਰਾਂਗੇ, ਆਹ ਅਸੀਂ ਪ੍ਰਬੰਧ ਕਰਾਂਗੇ। ਕੀ ਕੋਈ ਇਹ ਡਾਟਾ ਸਰਕਾਰ ਪ੍ਰੋਵਾਈਡ ਕਰ ਦੇਗੀ ਪੰਜਾਬ ਦੇ ਲੋਕਾਂ ਨੂੰ, ਜੀ? ਤਾਂ ਲੋਕਾਂ ਨੂੰ ਇਹ ਨਾ ਲੱਗੇ ਕਿ ਤੁਸੀਂ ਤਾਂ ਕੂਚੀ ਜੀ ਫੇਰ ਕੇ ਆਪਣੀ ਇਧਰੋਂ ਉਧਰੋਂ ਕਰਕੇ ਆਪਦਾ ਫੱਟਾ ਐਮੀਨੈਂਸ ਦਾ ਲਾ ਲਿਆ ਸਮਾਰਟ ਸਕੂਲ ਹਟਾ ਕੇ। ਤੇ ਸਮਾਰਟ ਸਕੂਲ ਹਰ ਹਲਕੇ 'ਚ ਕਈ ਹੈਗੇ ਨੇ, ਐ ਨਹੀਂ ਕਿ ਇੱਕੋ ਹੀ ਸਮਾਰਟ ਸਕੂਲ ਹੈ ਇੱਕ ਹਲਕੇ 'ਚ। ਹਰ ਹਲਕੇ 'ਚ ਇੱਕ ਤੋਂ ਵੱਧ ਸਮਾਰਟ ਸਕੂਲ ਨੇ, ਸੀਨੀਅਰ ਸੈਕੰਡਰੀ ਸਕੂਲ ਜਿਹੜੇ ਵੱਖ-ਵੱਖ ਥਾਵਾਂ ਤੇ ਉੱਤੇ ਹੈਗੇ ਨੇ। ਤੇ ਜੇ ਉਹ ਉਸ ਰੂਪ ਦੇ ਵਿੱਚ ਹੈਗੇ ਨੇ, ਕਿਰਪਾ ਕਰਕੇ ਉਹਨੂੰ ਚੱਜ ਨਾਲ ਚਲਾ ਲਓ ਠੀਕ ਤਰੀਕੇ ਦੇ ਨਾਲ, ਔਰ ਆਪਦਾ ਨਾਮੀਕਲੇਚਰ ਕਰਨਾ ਜਿਵੇਂ ਸਾਡੇ ਰਿਵਾਜ ਹੀ ਹੋ ਗਿਆ। ਇਦੋਂ ਪਹਿਲਾਂ ਵੀ ਫੋਟੋ ਆਬਸੈਸ਼ਨ ਹੈ ਬਹੁਤ ਜ਼ਿਆਦਾ। ਇਹੀ ਸਾਡੇ ਚੀਫ ਮਿਨਿਸਟਰ ਲਗਾਤਾਰ ਦੀਆਂ ਸਪੀਚਾਂ ਨੇ ਜਿਹੜੀਆਂ ਉਹ ਇਹ ਆਉਂਦੀਆਂ ਰਹੀਆਂ ਲਗਾਤਾਰ। ਮੈਂ ਤਾਂ ਪਰਸਨਲ ਜਾ ਕੇ ਸੁਣੀਆਂ ਨੇ, ਜਦੋਂ ਉਹ ਕਹਿੰਦੇ ਨੇ ਨਾ ਇਲੈਕਸ਼ਨ ਟ੍ਰਾਇਲ ਜਾਂ ਹੁੰਦਾ, ਜਾਂ ਨਾਲ ਜਾਂਦੇ ਆ ਕਈ ਜਗ੍ਹਾ ਤੇ ਸੁਣਨਾ ਪੈਂਦਾ, ਜਦੋਂ ਪਾਰਲੀਮੈਂਟ ਦੇ ਲੜ ਰਹੇ ਸੀ ਚੋਣ, ਉਦੋਂ ਇੱਕ ਭਗਵੰਤ ਮਾਨ ਕਹਿ ਰਹੇ ਸੀਗੇ ਲੋਕਾਂ ਨੂੰ ਬਾਰ-ਬਾਰ ਕਿ ਬਾਦਲ ਸਾਹਿਬ ਦੀ ਭਾਂਡਿਆਂ ਤੇ ਵੀ ਫੋਟੋ ਲੱਗੀ, ਫਲਾਣੇ ਦੀ ਫਲਾਣੇ ਤੇ ਵੀ ਲੱਗੀ, ਇਹ ਤਾਂ ਮਾਈਆਂ ਨੂੰ ਘੁੰਡ ਕੱਢਣਾ ਪਿਆ ਕਰੂਗਾ,
ਤੇ ਫਿਰ ਮਾਈ ਇੱਕ ਦੂਜੇ ਨੂੰ ਕਿਹਾ ਕਰੂਗੀ ਕਿ ਬਾਦਲ ਮਾਂਜਤਾ, ਜਿਹੜੇ ਪਤੀਲੇ ਤੇ ਬਾਦਲ ਦੀ ਫੋਟੋ ਹੈ। ਤੇ ਉਦੋਂ ਬਾਅਦ ਭਗਵੰਤ ਮਾਨ ਐਵੇਂ ਸੁਣਾਉਂਦੇ ਸੀ ਕਿ ਬਾਦਲ ਤੇ ਨਾਲ ਹੁਣ ਐਤਕੀ ਤਾਂ ਢੀਂਡਸਾ ਵੀ ਮਾਂਜ ਦਾਂਗੇ, ਛੋਟੇ ਤੇ ਉਹਦੀ ਲੱਗੀ ਹੋਈ ਹੈ, ਦੋਨੋਂ ਇਕੱਠੇ ਮਾਂਜ ਦਾਂਗੇ। ਤੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਚੁਟਕਲੇ ਸੁਣਾਉਂਦੇ ਰਹੋ ਲੋਕਾਂ ਨੂੰ, ਇਹੋ ਜਿਹੀਆਂ ਚੀਜ਼ਾਂ 'ਚ ਤੁਹਾਡੀ ਜਗ੍ਹਾ ਜਗ੍ਹਾ ਜਿਹੜੀ ਫੋਟੋ, ਹਰ ਚੰਡੀਗੜ੍ਹ ਸ਼ਹਿਰ ਦੀਆਂ ਰੋਡਸ ਤੇ, ਚੰਡੀਗੜ੍ਹ ਦੇ ਲਈ ਤੁਸੀਂ ਲੜ ਨਹੀਂ ਰਹੇ, ਉਹਦੀ ਵਿਧਾਨ ਸਭਾ ਦੇ ਚੰਡੀਗੜ੍ਹ ਦੀਆਂ ਸੜਕਾਂ ਤੇ ਵੀ ਭਗਵੰਤ ਮਾਨ ਦੇ ਜਿਹੜੇ ਬੈਨਰ ਨੇ ਲਗਾਤਾਰ, ਉਹ ਕਿਵੇਂ ਯੂਟੀ 'ਚ ਇਹ ਇਜਾਜ਼ਤ ਤੁਹਾਨੂੰ ਮਿਲ ਗਈ? ਪੰਜਾਬ ਦੇ ਲੋਕ ਚੰਡੀਗੜ੍ਹ 'ਚ ਜਾ ਕੇ ਆਪਣੀ ਗੱਲ ਨਹੀਂ ਕਹਿ ਸਕਦੇ। ਔਰ ਇਸੇ ਢੰਗ ਨਾਲ ਸਵੇਰੇ ਇੱਕ ਗੱਲ ਲਿਖੀ ਸਤਨਾਮ ਮਾਨਕ, ਵੱਡੇ ਜਰਨਲਿਸਟ ਨੇ, ਉਹਨਾਂ ਨੇ ਇੱਕ ਫੇਸਬੁੱਕ ਤੇ ਆਪਦੀ ਤੇ ਪਾਇਆ ਸੀ, ਕਹਿੰਦੇ ਜਲੰਧਰ 'ਚ ਵਿਕਾਸ ਪਾਗਲ ਹੋ ਗਿਆ ਲੱਗਦਾ। ਪਾਗਲ ਕਿਵੇਂ ਹੋ ਗਿਆ? ਵੀ ਉਹ ਕਹਿੰਦੇ ਗਲੀ ਗਲੀਆਂ ਅੱਟੀਆਂ ਪਈਆਂ ਨੇ, ਗਲੀਆਂ ਜਿਹੜੀਆਂ ਨੇ ਬੈਨਰਾਂ ਨਾਲ ਤੇ ਵੱਖ-ਵੱਖ ਮਾਮਲਿਆਂ 'ਚ ਕਿਰਖਨੀ, ਇਹਦੇ ਨਾਲ ਹੀ ਵਿਕਾਸ ਆ ਜਾਂਦਾ। ਖੈਰ, ਮੈਂ ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਦੀ ਉਹ ਇੱਕ ਪੁਰਾਣੀ ਤਸਵੀਰ ਲੈ ਕੇ ਆਉਣਾ ਚਾਹੁੰਦਾ, ਜਦੋਂ ਉਹਨਾਂ ਨੇ ਜਿਹੜੀਆਂ ਬੇਅਦਬੀ ਮਾਮਲਿਆਂ 'ਚ ਬਣੀਆਂ SITs ਨੇ, ਹੁਣ ਦੀ ਗੱਲ ਆ, ਜੇ ਮਹੀਨਾ ਨਹੀਂ ਹੋਇਆ ਇਸ ਗੱਲ ਨੂੰ, ਉਹਨਾਂ ਨੇ ਇੱਕ TV ਚੈਨਲ ਹੈ ਸੁਖਵਿੰਦਰ ਸਿੰਘ ਸਿੱਧੂ ਨੂੰ, ਉਹਨਾਂ ਨੇ ਇੰਟਰਵਿਊ ਦਿੰਦਿਆਂ ਇਹ ਗੱਲ ਕਹੀ ਸੀਗੀ ਕਿ ਇਨਸਾਫ ਇਹ SITs ਨਹੀਂ ਦੇ ਸਕਦੀਆਂ। ਹੁਣ ਇੱਕ ਤਾਂ ਸਵਾਲ ਉਹਨਾਂ ਨੇ ਇਹ ਉਠਾਇਆ ਸੀ, ਔਰ ਇੱਕ ਸਵਾਲ ਉਹਨਾਂ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਕੁਝ ਪੁਲਿਸ ਵਾਲਿਆਂ ਦੀਆਂ ਗੈਂਗਸਟਰਸ ਦੇ ਨਾਲ ਫੋਟੋਜ਼ ਦਾ ਜ਼ਿਕਰ ਹੋਇਆ, ਖਬਰਾਂ ਛਪੀਆਂ, ਪੋਲੀਟੀਸ਼ੀਅਨਸ ਨਾਲ ਜ਼ਿਕਰ ਹੋਇਆ, ਤੇ ਉਹਨਾਂ ਨੇ ਇੱਕ TV ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਅੰਮ੍ਰਿਤਸਰ ਦੀ ਪੁਲਿਸ ਜਿਹੜੀ, ਇਹਦਾ ਨੈਕਸਸ ਹੈ ਗੈਂਗਸਟਰਸ ਨਾਲ, ਕ੍ਰਿਮੀਨਲਸ ਨਾਲ, ਤੁਸੀਂ ਕ੍ਰਾਈਮ ਖਤਮ ਕਰ ਹੀ ਨਹੀਂ ਸਕਦੇ, ਅੰਮ੍ਰਿਤਸਰ ਦੀ ਪੁਲਿਸ ਰਲੀ ਹੋਈ ਆ। ਉਹ ਇਹੋ ਜਿਹੇ ਮੁੱਦੇ ਆਪਣੀ ਸਰਕਾਰ ਸਾਹਮਣੇ ਰੱਖਦੇ ਨੇ। ਮੈਨੂੰ ਯਾਦ ਹੈ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ BRTS ਦਾ ਮਾਮਲਾ ਜਦੋਂ ਉਠਾਇਆ ਸੀ, ਜਿਵੇਂ ਸਰਦਾਰ ਹਰਮੀਤ ਸਿੰਘ ਜੀ ਨੇ ਕਿਹਾ, ਤਾਂ ਡਾਕਟਰ ਨਿੱਜਰ ਨੇ ਇਹ ਗੱਲ ਕਹੀ ਸੀ, ਉਦੋਂ ਉਹ ਮੰਤਰੀ ਸੀਗੇ, ਸ਼ਹਿਰਾਂ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੀ, ਉਹਨਾਂ ਨੇ ਕਿਹਾ ਸੀ ਕਿ ਸਰਕਾਰਾਂ ਸਾਰੇ ਕੰਮ ਫਾਇਦੇ ਲਈ ਨਹੀਂ ਕਰਦੀਆਂ, ਸਰਕਾਰਾਂ ਸੇਵਾ ਲਈ ਵੀ ਕਰਦੀਆਂ। ਲੇਕਿਨ ਡਾਕਟਰ ਨਿੱਜਰ ਆਪਣੇ ਬੋਲਾਂ ਤੇ ਪੂਰੇ ਨਹੀਂ ਉਤਰ ਸਕੇ, ਉਹ BRTS ਬੰਦ ਹੋ ਗਈ ਥੋੜੇ ਦਿਨਾਂ ਬਾਅਦ, ਥੋੜੇ ਮਹੀਨਿਆਂ ਬਾਅਦ ਉਸ ਤੋਂ ਬਾਅਦ। ਔਰ ਇਸੇ ਤਰੀਕੇ ਨਾਲ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀ, ਇੱਕ ਸਾਬਕਾ ਡਿਪਟੀ CM ਦੇ ਉੱਤੇ ਇਲਜ਼ਾਮ ਲਾਇਆ ਸੀ ਉਹਨਾਂ ਨੇ ਕਿ ਪੁਰਾਣਾ ਜਿਹੜਾ ਸਰਕਟ ਹਾਊਸ ਹੈ ਤੇ ਇੱਕ ਜਿਹੜਾ ਹੋਟਲ ਹੈ, ਉਹਦੀ ਜਾਂਚ ਕਰਾਓ। ਉਦੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਉਹਦੇ ਉੱਤੇ ਕੰਮ ਕਰ ਰਹੇ ਹਾਂ ਜੇ ਤੁਹਾਡੇ ਕੋਲ ਤੱਥ ਆ, ਲੇਕਿਨ ਅਜੇ ਸਾਨੂੰ ਚੋਂ ਕੁਝ ਮਿਲਿਆ ਨਹੀਂ। ਹੁਣ ਉਹੀ ਡਿਪਟੀ CM ਜਿਹੜੇ ਜੇਲ੍ਹ ਦੇ ਵਿੱਚ ਨੇ ਜਾਂ ਹਸਪੀਟਲ ਦੇ ਵਿੱਚ ਹੈਗੇ ਨੇ। ਸਵਾਲ ਇਸ ਗੱਲ ਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਨੂੰ ਉਹਨਾਂ ਵਜਨ ਨਾ ਦੇ ਕੇ ਹੁਣ ਬੇਅਦਬੀਆਂ ਦਾ ਮਾਮਲਾ ਜਿਉਂ ਦਾ ਤਿਉਂ ਖੜਾ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਸਰਕਾਰ ਦੇ ਸਾਹਮਣੇ ਜੇਕਰ ਕਿਸੇ ਗੱਲ 'ਚ ਬਹੁਤ ਵਜਨ ਹੈ ਕਿਸੇ ਬੰਦੇ ਦਾ, ਤੇ ਉਹ ਕੁੰਵਰ ਵਿਜੇ ਪ੍ਰਤਾਪ ਦਾ, ਕਿਉਂਕਿ ਉਹ ਸੱਤਾਧਰ ਦੇ ਬੈਂਚਾਂ ਵੱਲੋਂ ਬੋਲਦਾ ਹੈ। ਵਿਰੋਧੀ ਤਾਂ ਸਿਰਫ ਤੇ ਸਿਰਫ ਕੋਈ ਬਹਾਨਾ ਲੱਭ ਕੇ ਬੋਲਦੇ ਨੇ ਰੋਜ਼, ਭਾਵੇਂ ਖਹਿਰਾ ਹੋਵੇ, ਬਾਜਵਾ ਹੋਵੇ ਜਾਂ ਵਿਕਰਮ ਜਾਂ ਕੋਈ ਹੋਰ ਵੀ ਹੋਵੇ। ਸੋ ਮੈਂ ਇਸ ਚੀਜ਼ ਨੂੰ ਇੱਕ ਵਾਰੀ ਕਿ ਕੀ ਗਵਰਨਮੈਂਟ ਦੇ ਸਾਹਮਣੇ ਇੱਕ ਵਿਅਕਤੀ ਨੂੰ ਲੈ ਕੇ, ਇੱਕ ਵਿਅਕਤੀ ਦੇ ਨਜ਼ਰੀਏ ਤੋਂ ਇਹਨਾਂ ਚੀਜ਼ਾਂ ਨੂੰ ਐਡਰੈਸ ਨਹੀਂ ਕਰਨਾ ਪੜਦਾ? ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਪੁਲਿਸ ਅਫਸਰ ਸੀ ਜਿਹਨੇ ਸਿਰ ਧੜ ਦੀ ਬਾਜੀ ਲਾ ਕੇ ਬਰਗਾੜੀ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ 5 ਮੈਂਬਰੀ ਸੈੱਟ ਬਣੀ ਸੀਗੀ, ਤੇ ਅਲਟੀਮੇਟਲੀ ਉਹਦੇ ਵਿੱਚ ਉਹਦੇ ਹੈਡ ਸੀਗੇ ਪ੍ਰਮੋਦ ਕੁਮਾਰ, ਤੇ ਅਲਟੀਮੇਟਲੀ 4 ਮੈਂਬਰ ਇੱਕ ਪਾਸੇ ਹੋ ਗਏ ਸੀਗੇ, ਤੇ ਆਪਣੇ ਕੁੰਵਰ ਵਿਜੇ ਪ੍ਰਤਾਪ ਇਕੱਲੇ ਰਹਿ ਗਏ ਸੀ। ਤੇ ਇਸ ਸੈੱਟ ਦੇ ਹੈਡ ਨੇ CBI ਨੂੰ ਵੀ ਲਿਖਤਾ ਸੀਗਾ ਕਿ ਤੁਸੀਂ ਦੁਬਾਰਾ ਜਾਂਚ ਰੀਓਪਨ ਕਰ ਲਓ। ਇਹ ਉਸ ਸਿਚੁਏਸ਼ਨ ਦੇ ਵਿੱਚ ਇਹਨਾਂ ਨੇ ਜਾਂਚ ਸ਼ੁਰੂ ਕੀਤੀ ਸੀ, ਤੇ ਅਲਟੀਮੇਟਲੀ ਇਹ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਵੀ ਤੁਸੀਂ ਦੇਖ ਲਓ ਵੀ ਇਸ ਜਾਂਚ ਦਾ ਕੀ ਕਰਨਾ ਹੈ, ਕਿਉਂਕਿ 4 ਬੰਦੇ ਤਾਂ ਮੇਰੇ ਖਿਲਾਫ ਹੈਗੇ ਆਲਰੇਡੀ, ਤੇ ਉਹ ਇਹ ਜਾਂਚ ਕਰਨਾ ਹੀ ਨਹੀਂ ਚਾਹੁੰਦੇ। ਤੇ ਅਲਟੀਮੇਟਲੀ ਕੈਪਟਨ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਕੱਲੇ ਆਪਣਾ ਇਹ ਕੰਮ ਕਰੋ। 5 ਮੈਂਬਰ ਸੈੱਟ ਤਾਂ ਵੱਜਦੀ ਰਹੀ, ਲੇਕਿਨ ਜੋ ਚਾਰਜ ਸ਼ੀਟ ਫਾਈਲ ਕੀਤੀ ਉਹ ਸਾਈਨ ਕੱਲਿਆਂ ਦੇ ਸੀ ਇਹਨਾਂ ਦੇ। ਸੋ ਕੱਲਿਆਂ ਦੀ ਹਿੰਮਤ ਸੀ ਇਹਨਾਂ ਦੀ। ਤੇ ਉਦੋਂ ਵੀ ਇਹ ਕਹਿੰਦੇ ਰਹੇ ਸੀਗੇ ਪ੍ਰਾਈਵੇਟਲੀ ਵੀ, ਸਰਕਾਰ ਦੇ ਵਿੱਚ ਸੀ ਕਿ ਇੱਕ ਸੈਕਸ਼ਨ ਲਗਾਤਾਰ ਇਸ ਸਾਰੀ ਜਾਂਚ ਨੂੰ ਦਬਾਉਣਾ ਚਾਹੁੰਦਾ ਹੈ, ਉਹਦੇ ਕਾਰਨ ਕੁਝ ਹੋਰ ਵੀ ਸੀਗੇ। ਸੋ ਅਲਟੀਮੇਟਲੀ ਇਹਨਾਂ ਨੇ ਰਿਜ਼ਾਈਨ ਕਰਕੇ ਸਿੱਧਾ ਸਿਆਸਤ 'ਚ ਆਉਣ ਦਾ ਫੈਸਲਾ ਕਰ ਲਿਆ। ਤੇ ਉਦੋਂ ਬੜੀ ਆਸ ਸੀ ਕਿ ਸਿਆਸਤ ਵਿੱਚ ਆ ਕੇ ਇਹ ਇਸ਼ੂ ਨੂੰ ਇਹਦੇ ਮੁਕਾਮ ਤੱਕ ਪਹੁੰਚਾਉਣਗੇ ਬਰਗਾੜੀ ਵਾਲਿਆਂ ਨੂੰ। ਕੁਛ ਮਹੀਨੇ ਪਹਿਲਾਂ ਜਦੋਂ ਇੱਕ ਕਾਨਫਰੰਸ ਆਪਣੇ ਧਰਨਾ ਚੱਲ ਰਿਹਾ ਸੀ, ਕਾਨਫਰੰਸ ਹੋਈ ਬਹਿਬਲ ਕਲਾਂ ਬਰਗਾੜੀ, ਉੱਥੇ ਇਹਨਾਂ ਦੀ ਕੋਈ ਆਲਮੋਸਟ 1 ਘੰਟੇ ਦੀ ਸਪੀਚ ਸੀਗੀ। ਉਸ ਦਿਨ ਹੀ ਮੈਂ ਪਹਿਲਾਂ ਯਾਦ ਕਰਾ ਦਿਆਂ
ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਸੇ ਦਿਨ ਹੀ ਬੜੀ ਭਾਵਕ ਸਪੀਚ ਦਿੱਤੀ ਸੀ ਕਿ ਜੇ 3 ਮਹੀਨੇ ਦੇ ਵਿੱਚ ਇਨਸਾਫ ਨਾ ਮਿਲਿਆ ਤੇ ਮੈਂ ਤੁਹਾਡੇ ਨਾਲ ਇੱਥੇ ਬੈਠਾ ਹੋਊਂਗਾ। ਇਹ ਉਸ ਦਿਨ ਦੀ ਗੱਲ ਹੈ। ਕੰਵਰ ਵਿਜੇ ਪ੍ਰਤਾਪ ਨੇ ਪੂਰੀ ਡਿਟੇਲ ਦੇ ਕੇ ਦੱਸਿਆ ਸੀ ਕਿ ਇਹ ਜਾਂਚ ਸਿਰੇ ਨਹੀਂ ਲੱਗਣੀ, ਤੇ ਇਹ ਦੱਸ ਰਹੇ ਸੀ ਸਿਰੇ ਕਿਉਂ ਨਹੀਂ ਲੱਗਣੀ। ਸਰਕਾਰ ਵਾਸਤੇ ਬਹੁਤ ਵੱਡਾ ਚੈਲੰਜ ਸੀ, ਉਹ ਚੈਲੰਜ ਅੱਜ ਵੀ ਹੈਗਾ। ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਸਲੀਅਤ ਪਤਾ ਹੈ। ਹੁਣ ਉਹ ਅੱਗੇ ਆਪਣੇ ਆਪ ਨੂੰ ਕਿੰਨਾ ਖੋਲਦੇ ਆ, ਕਿਉਂਕਿ ਇਹ ਇਸ਼ੂ ਜਿੱਥੇ ਫਸਿਆ ਹੋਇਆ ਇਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਬਰਗਾੜੀ ਦੀ ਜਾਂਚ ਹੈ ਉਹ ਤੜ ਪੱਤਣ ਨਹੀਂ ਲੱਗਣੀ। ਉਹਦੇ ਕਾਰਨ ਇਹ ਨਹੀਂ ਹੈ ਕਿ ਸਿਆਸੀ ਲੋਕਾਂ ਦੇ ਨਾਂ ਹੈਗੇ ਹੈ, ਉਹਦੇ ਕਾਰਨ ਜਿਹੜੇ ਕੁਝ ਪੁਲਿਸ ਅਫਸਰ ਹੈਗੇ ਹੈ ਜਿਨ੍ਹਾਂ ਦੇ ਨਾਂ ਵਿੱਚ ਹੈਗੇ ਹੈ, ਉਹਨਾਂ ਕਰਕੇ ਉਹਨਾਂ ਦੇ ਖਿਲਾਫ ਕੋਈ ਕੇਸ ਵੀ ਅੱਗੇ ਨਹੀਂ ਚੱਲ ਰਿਹਾ। ਇੱਕ 30 ਸਾਲ ਪੁਰਾਣਾ ਕੇਸ ਨਹੀਂ ਚੱਲਿਆ ਤੇ ਹੁਣ ਕੀ ਚੱਲਣਾ, ਜਿਹੜੇ 3-4 ਬੰਦਿਆਂ ਦੇ ਲਾਪਤਾ ਹੋਣ ਦਾ ਕੇਸ ਹੈ। ਸੋ ਇਹ ਸਿਚੁਏਸ਼ਨ ਬੜੀ ਟ੍ਰਿਕੀ ਹੈ। ਕੰਵਰ ਵਿਜੇ ਪ੍ਰਤਾਪ ਇੱਕ ਸਟੈਂਡ ਡਟ ਕੇ ਲੈ ਰਹੇ ਹੈ। ਕੰਵਰ ਵਿਜੇ ਪ੍ਰਤਾਪ ਨੂੰ ਮੇਰੇ ਖਿਆਲ ਚ ਚਾਹੀਦਾ ਹੈ ਕਿ ਸਾਰੇ ਤੱਥ ਲੋਕਾਂ ਦੇ ਸਾਹਮਣੇ ਪੇਸ਼, ਲੋਕਾਂ ਦੀ ਕਚਹਿਰੀ ਅਲਟੀਮੇਟਲੀ ਪਾਵਰ ਹੈਗੀ, ਅਲਟੀਮੇਟਲੀ ਸਾਰੀ ਸਭ ਤੋਂ ਵੱਡੀ। ਇਹ ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਇਹ ਜਾਂਚ ਹੈ ਬਰਗਾੜੀ ਦੀ, ਇਹ ਲੌਜੀਕਲ ਕੰਕਲੂਜਨ ਤੇ ਪਹੁੰਚੇਗੀ। ਸਿਚੁਏਸ਼ਨ ਐਸੀ ਹੈਗੀ ਹੈ। ਇਹ ਵਰਚੁਅਲੀ ਜਿਹੜੀ ਇਮਿਊਨਿਟੀ ਆਸਪੈਕਟ ਹੈ ਪੁਲਿਸ ਅਫਸਰਾਂ ਨੂੰ ਜਿਹੜੇ ਇਹਦੇ 'ਚ ਨਾ ਹੈਗੇ ਹੈ, ਉਹ ਬਹੁਤ ਵੱਡਾ ਫੈਕਟਰ ਹੈਗਾ। ਉਹਨਾਂ ਨੂੰ ਪ੍ਰੋਟੈਕਸ਼ਨ ਹੈਗੀ ਹੈ। ਸਿਆਸੀ ਜਮਾਤ ਨੂੰ ਭਾਵੇਂ ਨਾ ਹੋਵੇ, ਲੇਕਿਨ ਉਹ ਜਿਹੜਾ ਸੈਕਸ਼ਨ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਪੰਜਾਬ ਦੇ ਅਫਸਰਾਂ ਨੂੰ ਲਗਾਤਾਰ ਹੈਗੀ ਹੈ। ਸੋ ਮੈਨੂੰ ਕਦੇ ਕੋਈ ਆਸ ਨਹੀਂ ਲੱਗੀ। ਤੋ ਇਸੇ ਆਸਪੈਕਟ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਲੋਕਾਂ ਦੇ ਵਿੱਚ, ਲੋਕਾਂ ਦੀ ਕਚਹਿਰੀ ਦੇ ਵਿੱਚ ਦੁਬਾਰਾ ਆਉਣ ਤਾਂ ਇਹ ਤੜਪਤੜ ਸਾਰੀ ਗੱਲ ਲੱਗੇ। ਇਹ 'ਚ ਕੋਈ ਦੋ ਰਾਵਾਂ ਨਹੀਂ। ਕੰਵਰ ਵਿਜੇ ਪ੍ਰਤਾਪ ਵੈਸੇ ਤਾਂ ਉਹ ਆਪਣੀ ਮਰਜ਼ੀ ਦੇ ਮਾਲਕ ਹੈ, ਉਹਨਾਂ ਨੂੰ ਤੁਸੀਂ ਮੋਲਡ ਨਹੀਂ ਕਰ ਸਕਦੇ, ਉਹਨਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਵੀ ਭੁਚਲਾ ਨਹੀਂ ਸਕਦੇ। ਲੇਕਿਨ ਅੱਗੇ ਪਾਰਲੀਮੈਂਟ ਦੀ ਇਲੈਕਸ਼ਨ ਸਰਦਾਰ ਹਰਮੀਤ ਸਿੰਘ ਦੀ ਆਉਣ ਵਾਲੀ ਹੈ। ਪਾਰਲੀਮੈਂਟ ਦੀ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਇਹ ਸਰਕਾਰ ਕਰਦੀ ਤਾਂ ਚੰਗਾ ਪਈ ਹੈ, ਪਰ ਉਹ ਲੋਕਾਂ ਦੀ ਨਬਜ਼ ਨੂੰ ਨਹੀਂ ਟੱਚ ਕਰ ਪਾ ਰਹੀ। ਇਹ ਲੋਕਾਂ ਦੀ ਜਿਹੜੀ ਸੰਵੇਦਨਾ ਹੈ ਉਹਦੇ ਤੋਂ ਥੋੜਾ ਪਰੇ ਜਾ ਰਹੀ ਹੈ। ਭਗਵੰਤ ਮਾਨ ਬੁਨਿਆਦੀ ਤੌਰ ਤੇ ਇੰਜ ਲੱਗਦਾ ਸੀ ਕਿ ਲੋਕਾਂ ਚੋਂ ਆਉਂਦੇ ਨੇ, ਪਰ ਜਿਸ ਤਰ੍ਹਾਂ ਦਾ ਉਹ ਐਕਟ ਕਰ ਰਹੇ ਆ ਉਹਦੇ ਵਿੱਚ ਦਿਖਾਵਾ ਵੱਧ ਲੱਗ ਰਿਹਾ। ਉਹਨਾਂ ਦੇ ਹਰ ਭਾਸ਼ਣ ਦੇ ਵਿੱਚ ਇੰਜ ਲੱਗਦਾ ਕਿ ਉਹ ਕਹਿਣਾ ਤਾਂ ਇਹ ਚਾਹੁੰਦੇ ਆ ਕਿ ਮੈਂ ਤੁਹਾਡਾ ਤੇ ਤੁਹਾਡੇ ਅਨੁਸਾਰ ਹੀ ਚੱਲ ਰਿਹਾ, ਪਰ ਹੁਣ ਇਹਦੀ ਬਹੁਲਤਾ ਹੋ ਗਈ। ਉਹ ਬਾਰ-ਬਾਰ ਸਿਰਫ ਰੈਪੀਟੀਸ਼ਨ ਹੀ ਕਰ ਰਹੇ ਨੇ। ਮੈਂ ਸਿਰਫ ਇਹ ਸਵਾਲ ਤੁਹਾਡੇ ਤੋਂ ਪੁੱਛਣਾ ਹੈ ਕਿ ਜਦੋਂ ਅੱਜ ਦੇ ਦਿਨ 'ਚ ਵੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਉਹ ਰਿਪੋਰਟ, ਰਿਟਾਇਰਡ ਜਸਟਿਸ ਰਣਜੀਤ ਸਿੰਘ ਦੀ ਉਹ ਰਿਪੋਰਟ ਹੁਣ ਕਿਤਾਬਚੇ ਦੇ ਰੂਪ 'ਚ ਵੀ ਆ ਗਈ, ਉਹਦੀਆਂ ਹੀ ਲੀਆਂ ਤੇ ਉਸੇ ਹੀ ਤਰਤੀਬ ਦੇ ਉਸੇ ਹੀ ਅੱਗੇ ਵਧਿਆ। ਕੰਵਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਜਾਂਚ ਨੂੰ ਹਾਈ ਕੋਰਟ ਨੇ ਉਹਦੀ ਸਾਰੀ ਦੀ ਸਾਰੀ ਰਿਜੈਕਟ ਹੋ ਗਈ ਸੀਗੀ। ਹੁਣ ਜੋ ਸਿਚੁਏਸ਼ਨ ਇਸ ਵੇਲੇ ਬਣੀ ਹੋਈ ਆ, ਜੇਕਰ ਕੁਝ ਠੀਕ ਤਰੀਕੇ ਨਾਲ ਅੱਗੇ ਨਹੀਂ ਵਧਿਆ ਜਾਂਦਾ ਔਰ ਕੰਵਰ ਵਿਜੇ ਪ੍ਰਤਾਪ ਖੜੇ ਹੋ ਜਾਂਦੇ ਕਿਸੇ ਮੌਕੇ ਤੇ ਜਾ ਕੇ, ਇਸ ਗਵਰਨਮੈਂਟ ਨੂੰ ਪਰੇਸ਼ਾਨੀ ਹੋਣ ਦੀ ਸਥਿਤੀ ਬਣ ਸਕਦੀ। ਹਾਂ ਬਿਲਕੁਲ। ਜਦੋਂ ਇੱਕ ਜਾਂਚ ਵੀ ਕੀਤੀ ਹੈ ਪੁਲਿਸ ਅਫਸਰ ਹੋਣ ਦੇ ਨਾਤੇ, ਤੇ ਹੁਣ ਉਹਨਾਂ ਦੀ ਇੱਕ ਸੇਮ ਪਾਰਟੀ ਦਾ, ਗਵਰਨਮੈਂਟ ਦੀ ਪਾਰਟੀ ਦਾ ਇੱਕ ਐਮਐਲਏ ਹੋਵੇ, ਤੇ ਜਦੋਂ ਉਹ ਖੜ ਕੇ ਕੋਈ ਗੱਲ ਕਹਿੰਦਾ ਤਾਂ ਲਾਜ਼ਮੀ ਆ ਆਪਣੀ ਗਵਰਨਮੈਂਟ ਦੇ ਖਿਲਾਫ ਬਿਨਾਂ ਮਤਲਬ ਤਾਂ ਕੋਈ ਕਹਿ ਨਹੀਂ ਪਾਊਗਾ ਜਾਂ ਨਹੀਂ ਕਹੂਗਾ ਉਸ ਪੱਧਰ ਦੇ ਉੱਤੇ ਜਾ ਕੇ। ਤਾਂ ਉਹਦੇ 'ਚ ਵਜਨ ਜ਼ਿਆਦਾ ਬਣਦਾ ਜਿਹੜਾ ਅੰਦਰੋਂ ਬੋਲਦਾ। ਆਪੋਜੀਸ਼ਨ 'ਚੋਂ ਕੋਈ ਬੋਲੇ ਤਾਂ ਉਹਦੇ 'ਚ ਲੱਗਦਾ ਹੁੰਦਾ ਵੀ ਇਹ ਤਾਂ ਸ਼ਾਇਦ ਕਰਨਾ ਹੀ ਹੈ ਜੀ, ਆਪੋਜੀਸ਼ਨ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ। ਜਿਹੜੇ ਕੁਝ ਬੇਸਿਕ ਸਟਰਕਚਰਲ ਕੁਐਸਚਨ ਨੇ ਅਸਲ ਦੇ ਵਿੱਚ ਪੰਜਾਬ ਨਾਲ ਰਿਲੇਟਡ, ਹੁਣ ਜਿਵੇਂ ਉਹ ਅਸਲ 'ਚ ਦਿੱਲੀ ਡਰਿਵਨ ਮਾਈਂਡ ਸੈਟ ਚੱਲ ਰਿਹਾ। ਦਿੱਲੀ ਇੱਕ ਸਿਟੀ ਸਟੇਟ ਆ, ਉੱਥੇ ਨਾ ਪਾਣੀ ਤੋਂ ਬਿਨਾਂ ਜਿਹੜਾ ਪੀਣ ਵਾਲਾ ਪਾਣੀ, ਬਿਜਲੀ, ਸਕੂਲ ਤੇ ਹਸਪਤਾਲ, ਇਹ ਚਾਰੇ ਚੀਜ਼ਾਂ ਉਹਨਾਂ ਦੇ ਕੋਲ ਨੇ, ਤੇ ਚਾਰਾਂ ਚੀਜ਼ਾਂ ਤੋਂ ਬਿਨਾਂ ਉਹ ਕੁਝ ਨਹੀਂ ਕਰ ਪਾ ਰਹੇ ਔਰ ਕਰ ਨਹੀਂ ਸਕਦੇ, ਕਿਉਂਕਿ ਬਾਕੀ ਚੀਜ਼ਾਂ ਵੱਡੀਆਂ ਜਿਹੜੀਆਂ ਨੇ ਉਹ ਗਵਰਨਮੈਂਟ ਆਫ ਇੰਡੀਆ ਦੇ ਕੋਲ ਨੇ ਫਿਲਹਾਲ, ਲਾ ਐਂਡ ਆਰਡਰ ਤੋਂ ਲੈ ਕੇ ਬਾਕੀ ਸਾਰੀਆਂ ਚੀਜ਼ਾਂ। ਤੇ ਅਸੀਂ ਪੰਜਾਬ 'ਚ ਇਸੇ ਗੱਲ ਤੇ ਕਿਉਂ ਉਲਝ ਜਾਂਦਾ ਹੈ ਸਾਡੀ ਪੰਜਾਬ ਦੀ ਸਰਕਾਰ, ਐਜ ਏ ਭਗਵੰਤ ਮਾਨ ਦੀ ਸਰਕਾਰ, ਜੋ ਦਿੱਲੀ ਦਾ ਮਾਡਲ ਹੈ, ਦਿੱਲੀ ਮਾਡਲ ਨੂੰ ਅੱਗੇ ਵਧਾ ਕੇ ਬਾਰ-ਬਾਰ ਇਹ ਕਰਨਾ, ਦਿੱਲੀ ਮੇਂ ਤੋਂ ਐਸਾ ਕਰ ਲਿਆ, ਪੰਜਾਬ ਮੇਂ ਐਸਾ ਕਰ ਲੈਂਗੇ। ਦਿੱਲੀ ਦੇ ਸਕੂਲਾਂ ਦੇ ਵਿੱਚ ਵੀ ਡਾਟਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਨਫਰੀ ਘਟ ਰਹੀ ਹੈ ਬੱਚਿਆਂ ਦੀ, ਜਿਹੜਾ ਲੇਟੈਸਟ ਸੈਟਅਪ ਦੇ ਵਿੱਚ ਉਹ ਆਇਆ। ਬਾਵਜੂਦ ਆਮ ਆਦਮੀ ਪਾਰਟੀ ਦੀ 8 ਸਾਲਾਂ ਦੀ ਸਰਕਾਰ ਦਾ ਜਿਹੜਾ ਨੈਸ਼ਨਲ ਡਾਟਾ ਹੁਣੇ ਛਪਿਆ, ਜਿਹੜਾ 21-22 ਦਾ ਜਗਤਾਰ ਸਿੰਘ ਉਹਨਾਂ ਨੇ ਕਿਹਾ, ਉਹ 'ਚ ਦਿੱਲੀ ਨੰਬਰ 1 ਕਿਉਂ ਨਹੀਂ ਹੈ ਫਿਰ ਬਾਕੀ ਦੇ ਮਾਮਲਿਆਂ 'ਚ, ਪ੍ਰੋਗਰੈਸ 'ਚ, ਲਰਨਿੰਗ 'ਚ, ਬਾਕੀ ਦੇ ਮਾਮਲਿਆਂ ਦੇ ਵਿੱਚ? ਇਹ ਤਾਂ ਕਿਸੇ ਇੰਡੀਵਿਜੂਅਲ ਨੇ ਨਹੀਂ ਕੀਤਾ, ਇਹ ਨੈਸ਼ਨਲ ਲੈਵਲ ਦਾ ਇੱਕ ਸਰਵੇ ਹੈ ਜਿਹਦੇ 'ਚ ਗੱਲਾਂ ਚੀਜ਼ਾਂ ਹੋ ਰਹੀਆਂ ਨੇ। ਤੇ ਸਾਡੇ ਸਿਸਟਮ ਅਸਲ 'ਚ ਹੋ ਰਿਹਾ ਦਿੱਲੀ ਦਾ ਜਿਹੜਾ ਬਾਕੀ ਨੇ। ਸਾਡੇ ਕੀ ਰੌਲਾ ਹੈ ਬੇਸਿਕਲੀ ਹੈਲਥ ਦੇ ਮਾਮਲੇ ਦੇ ਵਿੱਚ? ਸਾਡੇ ਰੌਲਾ ਕਿ ਸਾਡੇ ਕੈਂਸਰ ਤੇ ਕਾਲਾ ਪੀਲੀਆ ਤੇ ਚੀਜ਼ਾਂ ਵੱਧ ਰਹੀਆਂ ਨੇ, ਉਹਨਾਂ ਦੇ ਇਲਾਜ ਲਈ ਤੁਸੀਂ ਕੀ ਕਰ ਰਹੇ ਹੋ?
ਕੀ ਕੋਈ ਗਵਰਨਮੈਂਟ ਹਸਪਤਾਲਾਂ ਦੇ ਵਿੱਚ ਐਡੀਆਂ ਸੁਵਿਧਾਵਾਂ ਹੈਗੀਆਂ ਉਹਨਾਂ ਇਲਾਜਾਂ ਦੇ? ਜਿਹੜਾ ਮੁਹੱਲਾ ਕਲੀਨਿਕ ਤੁਸੀਂ ਗੋਲੀ ਬੱਟੀ ਦੇ ਕੇ ਥੋੜਾ ਜਿਹਾ ਅੱਗੇ ਚਲਾਉਣ ਵਾਲਾ ਕੰਮ ਹੈ ਉਹ ਨਾ ਲੋਕਲ ਸੈਟਅਪ ਦਾ। ਜਿਹੜੇ ਲੋਕਾਂ ਦੇ ਸੀਰੀਅਸ ਏਲਮੈਂਟਸ ਨੇ, ਜਿਹੜਾ ਉਹਨਾਂ ਦਾ ਜਿਹੜਾ ਮਾੜਾ ਮੋਟਾ ਚੋਣ ਭੋਣਾ ਉਹ ਚੱਟ ਜਾਂਦੀਆਂ ਨੇ ਵੱਡੇ ਪੱਧਰ ਦੇ ਉੱਤੇ, ਉਹਨਾਂ ਦੇ ਲਈ ਸਾਡੇ ਕੋਲ ਕੀ ਪਾਲਿਸੀ ਹੈ? ਦੂਸਰਾ ਸਵਾਲ ਐਜੂਕੇਸ਼ਨ ਦਾ। ਕਾਫੀ ਲੋਕਾਂ ਨੇ ਤਾਂ ਆਪਣੇ ਤਰੀਕੇ ਨਾਲ ਚਲੋ ਬੱਚੇ ਕੋਈ ਕਿਤੇ ਲਾਤਾ ਕੋਈ ਕਿਤੇ ਲਾਤਾ, ਬਹੁਤ ਕੁਝ ਬੱਚੇ, ਇੱਕ ਸੈਕਸ਼ਨ ਬੱਚਿਆਂ ਦਾ ਗਰੀਬਾਂ ਦਾ ਸਰਕਾਰੀ ਸਕੂਲਾਂ 'ਚ ਜਾਂਦਾ ਹੈ, ਉਹਨਾਂ ਨੂੰ ਥੋੜਾ ਬੈਟਰ ਬਣਾਓ ਤੁਸੀਂ, ਬੈਟਰ ਬਣਾ ਕੇ ਤਾਂ ਕਿ ਲੋਕਾਂ ਨੂੰ ਉੱਥੇ ਕੋਈ ਪ੍ਰੋਬਲਮ ਨਾ ਆਵੇ। ਬਰਗਾੜੀ ਬੁਨਿਆਦੀ ਕੁਐਸਚਨ ਹੈ, ਤੁਸੀਂ ਐਡਰੈਸ ਕਰਨਾ ਬੰਦ ਕਰ ਗਏ ਹੋ। ਨਸ਼ਾ ਬੁਨਿਆਦੀ ਕੁਐਸਚਨ ਹੈ, ਜਿਨ੍ਹਾਂ ਨੂੰ ਵੋਟਾਂ 'ਚ ਤੁਸੀਂ ਕਹਿੰਦੇ ਸੀ ਇੰਨਾ ਚਿਰ ਚਾਹ ਕਰਾਂਗੇ, ਕੋਈ ਕੰਕਰੀਟ ਮਤਲਬ ਕੋਈ ਰੋਡ ਮੈਪ ਤੁਹਾਡੇ ਕੋਲ ਲੋਕ ਨਹੀਂ ਦੇਖ ਰਹੇ ਕਿ ਕੋਈ ਰੋਡ ਮੈਪ ਇਸ ਲੈਵਲ ਦੇ ਉੱਤੇ ਤੁਹਾਡੇ ਕੋਲ ਦਿਖਾਈ ਦੇ ਰਿਹਾ ਇਸ ਮਾਮਲੇ 'ਚ। ਫਲੱਡ ਤੇ ਇਮੀਡੀਏਟ ਲੋਕਾਂ ਦਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ, ਤੁਸੀਂ ਲੋਕਾਂ ਕੋਲ ਜਾਂਦੇ ਰਹੇ, ਮੁਰਗੀ ਦੇ ਵੀ ਪੈਸੇ ਦਊਂਗਾ, ਬੱਕਰੀ ਦੇ ਵੀ ਪੈਸੇ ਦਊਂਗਾ, ਫਲਾਨੀ ਦੇ। ਪਰਸੋਂ ਪਟਵਾਰੀਆਂ ਨੇ ਕਹਿਤਾ ਵੀ ਗਿਰਦਾਰੀ ਪੂਰੀ ਦੇਤੀ ਹੈ, ਪੂਰੀ ਗਿਰਦਾਰੀ ਦੇ ਵਿੱਚ ਹੁਣ ਤੁਸੀਂ ਚੱਕ ਕੇ ਲੋਕਾਂ ਨੂੰ ਪੈਸੇ ਦਿਓ। ਪੈਸੇ ਕਿੰਨੇ ਦਿਓਗੇ? 6800। 6800 ਤਾਂ ਇਦੋਂ ਪਹਿਲਾਂ ਠੀਕ ਹੈ ਗਵਰਨਮੈਂਟ ਆਫ ਇੰਡੀਆ ਦਿੰਦੀ ਆ, ਪਹਿਲਾਂ ਤੁਸੀਂ ਇਹ ਕਹਿੰਦੇ ਰਹੇ ਮੈਂ ਕਿਉਂ ਮੰਗਣ ਜਾਊਂਗਾ, ਮੈਂ ਮੰਗਦਾ ਥੋੜੀ ਜਿਹਾ, ਸਾਡੇ ਕੋਲ ਪੈਸੇ ਹੈਗੇ। ਜੇ ਤੁਹਾਡੇ ਕੋਲ ਖਜ਼ਾਨੇ 'ਚ ਪੈਸੇ ਹੈਗੇ, ਇੰਨੀਆਂ ਐਡਵਰਟਾਈਜ਼ਮੈਂਟਾਂ ਲਈ, ਇੰਨੇ ਅਖਬਾਰਾਂ ਦੇ ਪੇਜ ਭਰਨ ਲਈ, ਪੂਰਾ ਪੰਜਾਬ ਦੇ ਵਿੱਚ ਐਡਵਰਟਾਈਜ਼ਮੈਂਟ ਕਰਨ ਲਈ, ਕਰੋੜ ਲੱਖਾਂ ਰੁਪਈਆ ਰੈਲੀ ਤੇ ਲਾਉਣ ਲਈ, ਬੱਸਾਂ ਤੇ ਖਰਚੇ ਕਰਨ ਲਈ, ਤਾਂ ਤੁਸੀਂ ਉਹਨਾਂ ਨੂੰ ਹੀ ਦੇ ਦਿਓ 6800 ਦੀ 10-10,000 15-15,000 ਰੁਪਈਆ ਕੁਛ ਤਾਂ ਦੇ ਦਿਓ ਨਾ, ਜਿਹਦੇ ਨਾਲ ਉਹਨਾਂ ਨੂੰ ਇਹ ਤਾਂ ਲੱਗੇ ਕਿ ਚਲੋ ਕੁਛ ਰਾਹਤ ਮਿਲੀ ਆ। ਬਾਕੀ ਗੱਲ ਤਾਂ ਉਸ ਤੋਂ ਬਾਅਦ ਹੈ, ਦੂਰ ਦੀ ਛੱਡੋ। ਪੂਰੇ 1.5 ਸਾਲ ਦੇ ਦੌਰਾਨ ਜੇ 2 ਪਰਿਵਾਰ ਵੀ ਦੱਸ ਦੇਣ ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਨੇ, ਮਤਲਬ ਮਜ਼ਦੂਰ ਤੇ ਕਿਸਾਨਾਂ ਦੇ, ਡੇਲੀ 1-2 ਹੁੰਦੀਆਂ ਨੇ ਮੌਤਾਂ, ਅੱਜ ਵੀ ਅਖਬਾਰਾਂ ਛਪਦੀਆਂ ਨੇ, ਪਰ ਉਹ ਐਡੀ ਕੁ ਰਹਿ ਗਈ ਅੰਦਰ ਛਪਦੀ ਹੈ ਹਰੇਕ ਜਗ੍ਹਾ। ਔਰ ਉਹ ਪਾਲਿਸੀ ਉਹ ਠੱਪ ਕਿਵੇਂ ਹੋ ਗਈ? 1.5 ਸਾਲ ਤੋਂ ਬੰਦ ਹੋ ਗਈ। ਉਹਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ, ਬਾਕੀ ਦੀਆਂ ਚੀਜ਼ਾਂ ਹੱਲ ਹੋ ਗਈਆਂ। ਜਿਹੜੇ ਲੋਕਾਂ ਦੇ ਇਮੀਡੀਏਟ ਕੰਸਰਨ ਨੇ ਤੇ ਕੁਝ ਬੇਨ ਕੰਸਰਨ ਨੇ ਜਿਹੜੇ ਉਸ ਲੈਵਲ ਦੇ, ਔਰ ਜਿਹੜੇ ਕੇਂਦਰ ਸਰਕਾਰ ਨਾਲ ਸੰਬੰਧਿਤ ਮਾਮਲੇ ਨੇ, ਹੁਣ ਆਪਾਂ ਕਿੰਨੇ ਦਿਨਾਂ ਤੋਂ ਸੁਣੀ ਕੋਈ ਵੀ ਗੱਲ, ਕਿੰਨੇ ਦਿਨਾਂ ਤੋਂ ਤੁਹਾਡਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਉਹ ਮਿਲ ਗਿਆ ਤੁਹਾਨੂੰ? ਤੁਸੀਂ ਕਹਿੰਦੇ ਸੁਪਰੀਮ ਕੋਰਟ ਜਾਵਾਂਗੇ, ਉੱਥੇ ਚਲੇ ਗਏ, ਕੀ ਹੈ GST ਦਾ ਬਕਾਇਆ ਤੁਹਾਨੂੰ ਨਹੀਂ ਮਿਲਿਆ। ਤੇ ਜੇ ਉਹ ਪੈਸਿਆਂ ਤੇ ਵੀ ਤੁਸੀਂ ਲੜਦੇ ਦਿਖਾਈ ਨਹੀਂ ਦੇ ਰਹੇ ਕਿਸੇ ਵੀ ਮਾਮਲੇ ਦੇ ਉੱਤੇ, ਚੰਡੀਗੜ੍ਹ ਦੇ ਮਾਮਲੇ 'ਚ ਰੋਜ਼ ਤੁਹਾਨੂੰ ਅੰਗੂਠਾ ਦਿਖਾ ਰਹੇ ਨੇ, ਡਿਫਰੈਂਟ ਮਾਮਲਿਆਂ ਦੇ ਉੱਤੇ ਤੁਹਾਡੇ ਸਟੈਂਡ ਪੁਆਇੰਟ ਕੀ ਨੇ? ਪੰਜਾਬ ਦੀ ਸਟੇਟ ਇਹ ਡਿਮਾਂਡ ਕਰਦੀ ਹੈ, ਲਗਾਤਾਰ ਬਹੁਤ ਟਰਮੋਇਲ ਚੋਂ ਗੁਜ਼ਰਦੀ ਹੈ ਵੱਡੇ ਵੱਡੇ ਮੁੱਦਿਆਂ ਕਰਕੇ ਸਰਕਾਰ, ਪੰਜਾਬ ਦੀ ਜਨਤਾ ਜਿਹੜੀ ਉਸ ਮਾਮਲੇ 'ਚ। ਜੇ ਤੁਸੀਂ ਅੱਖਾਂ ਬੰਦ ਕਰਕੇ ਕੇਵਲ ਐ ਵੀ ਕਿਸੇ ਦੀ ਨਾ ਸੁਣੋ, ਆਪਣੀ ਕਹਿੰਦੇ ਜਾਓ ਕਿ ਮੈਨੂੰ ਪਤਾ ਹੈ, ਤਾਂ ਫਿਰ ਉਹ ਗੱਲ ਨਹੀਂ ਬਣਨੀ। ਆਪਣੀ ਕਹਿਣ ਨਾਲ ਨਹੀਂ, ਕੱਲਾ ਉਹ ਜਿਹੜੀ ਮਨ ਕੀ ਬਾਤ ਨਰਿੰਦਰ ਮੋਦੀ ਜੀ ਸੁਣਾਈ ਜਾਂਦੇ ਨੇ, ਤੁਸੀਂ ਉਹਨਾਂ ਨੂੰ ਕੰਡੈਮ ਕਰਦੇ ਹੋ। ਮਨ ਕੀ ਬਾਤ ਨਹੀਂ, ਲੋਕਾਂ ਦੀ ਵੀ ਸੁਣੋ। ਲੋਕਾਂ ਦੀ ਤਾਂ ਤੁਸੀਂ ਵੀ ਨਹੀਂ ਸੁਣ ਰਹੇ। ਕੱਲ ਟੀਚਰ ਵੀ ਸਾਰੇ ਬੰਦ ਕਰਤੇ ਜਿਹੜੇ ਜਾ ਰਹੇ ਸੀ ਆਪਣੀ ਸੁਣਾਉਣ, ਕੋਈ ਘਰ 'ਚ ਕਰਤਾ, ਕੋਈ ਕਿਤੇ। ਇਸ ਲਈ ਇਹ ਜਿਹੜੀ ਕਹਿਣੀ ਤੇ ਕਰਨੀ ਦੇ ਗੈਪ ਨੇ ਨਾ ਬਹੁਤ ਬੜੇ, ਇਹ ਨਹੀਂ ਲੰਮਾ ਸਮਾਂ ਚੱਲ ਸਕਦੇ ਹੁੰਦੇ। ਤੇ ਥੋੜਾ ਸਮਾਂ ਲਈ ਠੀਕ ਹੈ, ਜਿੰਨੇ ਤੁਸੀਂ ਆਪਦਾ ਨੈਰੇਟਿਵ ਸਰਜਣ ਲੈਂਦੇ ਹੋ, ਤੁਹਾਡੇ ਕੋਲ ਮੀਡੀਆ ਨੂੰ ਉਸ ਢੰਗ ਨਾਲ ਕੰਟਰੋਲਡ ਸੈਟਅਪ ਦੇ ਵਿੱਚ ਲਿਆਂਦਾ ਹੋਇਆ। ਇਹ ਐਵੇਂ ਚੱਲਦਾ ਨਹੀਂ ਹੁੰਦਾ। ਬਹੁਤ ਬੜੇ ਬੜੇ ਬਾਦਸ਼ਾਹ ਚਲੇ ਗਏ, ਸਭ ਨੂੰ ਪਤਾ ਕਿ ਸਾਰੇ ਆ ਕੇ ਚਲੇ ਗਏ, ਤੇ ਐ ਨਹੀਂ ਚੱਲਦੇ ਹੁੰਦੇ ਕਿ ਲੋਕਾਂ ਦਾ ਪੂਰਾ ਬੰਨ ਮਾਰ ਕੇ ਨਹੀਂ ਚੱਲਦੇ। ਫਿਰ ਲੋਕ ਦਰਿਆ ਵਾਂਗ ਵਿਕਸਦੇ ਨੇ, ਤੋੜ ਦਿੰਦੇ ਨੇ ਤੁਸੀਂ ਬੰਨ ਸਾਰੇ ਜਦੋਂ ਕੋਈ ਆਉਂਦੀ ਹੈ ਗੱਲ। ਇਸ ਲਈ ਉਹਨਾਂ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਚੀਜ਼ ਹੈ। ਲੋਕਾਂ ਦੀਆਂ ਉਮੰਗਾਂ ਕੀ ਨੇ, ਉਹਨਾਂ ਉਮੰਗਾਂ ਨੂੰ ਦੇਖੋ, ਉਹਨਾਂ ਨੂੰ ਹੱਲ ਕਰਨ ਦੀ ਟਰਾਈ ਕਰੋ ਜਿੰਨੀ ਕਿ ਤੁਹਾਡੀ ਸਮਰੱਥ ਹੈ। ਇਹ ਅੱਜ ਕੱਲ ਜਿਹੜਾ ਜ਼ਮਾਨਾ ਹੈ ਉਹ ਮੇਰੇ ਖਿਆਲ ਮਾਰਕੀਟਿੰਗ ਦਾ ਹੈ, ਲੇਕਿਨ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਛੋਟੀ ਛੋਟੀ ਗੱਲ ਦੀ ਮਾਰਕੀਟਿੰਗ ਕਰ ਰਹੀ ਹੈ, ਜਿਹੜਾ ਇਸ਼ੂ ਹੁੰਦਾ ਹੈ ਉਹ ਤੇ ਕਈ ਵਾਰੀ ਪੈਸਾ ਨਹੀਂ ਖਰਚ ਹੋਇਆ ਹੁੰਦਾ, ਲੇਕਿਨ ਇਸ਼ਤਿਹਾਰਬਾਜ਼ੀ ਤੇ ਇੰਨਾ ਕੁ ਪੈਸਾ ਖਰਚ ਹੋ ਜਾਂਦਾ ਹੈ ਕਿ ਆਮ ਆਦਮੀ ਨੂੰ ਹੁਣ ਚੁਭਣ ਲੱਗ ਪਿਆ, ਜਿਹਨੂੰ ਇਹ ਆਪਣੇ ਅਚੀਵਮੈਂਟ ਸਮਝਦੇ, ਕਈ ਵਾਰੀ ਉਹਦਾ ਨੈਗੇਟਿਵ ਇਫੈਕਟ ਹੋ ਜਾਂਦਾ ਹੈ। ਮਸਲਨ ਕੱਲ ਹੁਣ ਸਕੂਲ ਆਫ ਐਮੀਨੈਂਸ ਐਡੀ ਵੱਡੀ ਮਾਰਕੀਟਿੰਗ ਕੀਤੀ ਗਈ। ਮੈਂ ਇੱਕ ਗੱਲ ਕੱਲ ਵੀ ਕਹੀ ਸੀਗੀ, ਜੇ ਅੱਜ ਵੀ ਪੰਜਾਬ ਦੇ ਵਿੱਚ ਉਹ ਸਕੂਲ ਹੈਗੇ ਜਿਨ੍ਹਾਂ 'ਚ ਬੈਂਚ ਹੈ ਨਹੀਂ ਤੇ ਬੱਚੇ ਤੱਪੜ ਤੇ ਬਹਿ ਕੇ ਪੜ੍ਹਦੇ ਆ, ਖਾਸ ਕਰਕੇ ਪ੍ਰਾਇਮਰੀ ਸਕੂਲਾਂ 'ਚ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਕੁਝ ਗਰੀਬ ਹਲਕਿਆਂ ਦੇ ਵਿੱਚ, ਤੇ ਜਿਹੜੀਆਂ ਪਹਿਲਾਂ ਰੂਲਿੰਗ ਪਾਰਟੀਆਂ ਰਹੀਆਂ ਉਹਨਾਂ ਵਾਸਤੇ ਲਾਹਨਤ ਵਾਲੀ ਗੱਲ। ਲੇਕਿਨ ਉਹ ਇੱਕ ਐਸਪੈਕਟ ਹੈ। ਜਿਸ ਸਕੂਲ ਦੀ ਕੱਲ ਮਾਰਕੀਟਿੰਗ ਕੀਤੀ ਗਈ, ਕੰਵਰ ਵਿਜੇ ਪ੍ਰਤਾਪ ਨੇ ਉਹਦੇ ਬਾਰੇ ਇੱਕ ਟਵੀਟ ਕੀਤਾ ਕਿ ਪਹਿਲਾਂ ਆਲਰੇਡੀ ਇਹ ਸਮਾਰਟ ਸਕੂਲ, ਸੋ ਪਹਿਲਾਂ ਅਕਾਲੀ ਦਲ ਨੇ ਮੈਰੀਟੋਰੀਅਸ ਸਕੂਲ ਬਣਾਏ ਸੀ, ਫਿਰ ਕਾਂਗਰਸ ਸਰਕਾਰ ਨੇ ਨਾਂ ਸਮਾਰਟ ਸਕੂਲ ਰੱਖਤਾ ਸੀਗਾ, ਹੁਣ ਸਕੂਲ ਆਫ ਐਮੀਨੈਂਸ ਹੋ ਗਿਆ। ਨੋਮਨਕਲੇਚਰ ਚੇਂਜ ਹੋ ਰਿਹਾ ਜ਼ਿਆਦਾਤਰ।
ਬਾਕੀ ਤੁਸੀਂ ਪੇਂਟ ਪੂਟ ਕਰਕੇ ਤੇ ਕੁਝ ਸਬਜੈਕਟ ਹੋਰ ਲਾ ਕੇ, ਕਿਸੇ ਨੇ ਇੰਟਰਨੈਟ ਸ਼ੁਰੂ ਕਰਾਤਾ, ਕਿਸੇ ਨੇ ਕੰਪਿਊਟਰਾਈਜੇਸ਼ਨ ਕਰਾਤੀ। ਸਟੇਜ ਹੁੰਦੀ ਹੈ ਜਦੋਂ ਟੈਕਨੋਲੋਜੀ ਨਵੀਂ ਆ ਰਹੀ ਹੁੰਦੀ ਹੈ, ਉਸ ਹਿਸਾਬ ਨਾਲ ਅਪਗ੍ਰੇਡੇਸ਼ਨ ਹੁੰਦੀ ਹੈ। ਲੇਕਿਨ ਜਿਸ ਢੰਗ ਨਾਲ ਇਹਦੀ ਮਾਰਕੀਟਿੰਗ ਕੀਤੀ ਗਈ ਹੈ ਕਿ ਅਸੀਂ ਕੋਈ ਬਹੁਤ ਵੱਡੀ ਅਚੀਵਮੈਂਟ ਕਰ ਰਹੇ ਹਾਂ, ਕੋਈ ਬਹੁਤ ਵੱਡਾ ਮਾਰਕਾ ਮਾਰਿਆ। ਮੈਂ ਕੱਲ ਜਦੋਂ ਸੁਣ ਰਿਹਾ ਸੀਗਾ ਤੇ ਠੀਕ ਹੈ, ਦਿੱਲੀ ਦੇ ਵਿੱਚ ਜਿਹੜਾ ਇਹਨਾਂ ਨੇ ਕੰਮ ਵਧੀਆ ਕੀਤਾ, ਜਿਹੜੀ ਇਹ ਕਲੇਮ ਕਰ ਰਹੇ ਆ ਕਿ ਸਾਡੇ ਕੋਲੇ ਹੁਣ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ 'ਚ ਬਹੁਤ ਜ਼ਿਆਦਾ ਐਪਲੀਕੇਸ਼ਨ ਆਉਂਦੀਆਂ, ਇਹ ਬੜੀ ਵੈਲਕਮ ਸਟੈਪ ਹੈ, ਬੜੀ ਵਧੀਆ ਗੱਲ ਹੈਗੀ। ਸਾਰੇ ਸਕੂਲ ਇਸੇ ਬਰਾਬਰ ਹੋਣੇ ਚਾਹੀਦੇ, ਪੰਜਾਬ ਦੇ ਵੀ ਸਾਰੇ ਇਸ 'ਤੇ ਹੋਣੇ ਚਾਹੀਦੇ ਆ। ਇਸ਼ੂ ਮਾਰਕੀਟਿੰਗ ਦਾ ਹੈ, ਜਿਹੜਾ ਕੰਮ ਹੁੰਦਾ ਜਦੋਂ ਤੁਸੀਂ ਕਰਦੇ ਉਹਨੂੰ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਹੁੰਦੀ, ਦੱਸਣ ਵਾਸਤੇ ਲੋਕਾਂ ਨੂੰ ਵੀ ਅਸੀਂ ਕੰਮ ਕੀਤਾ ਹੈ। ਉਹਦੇ ਜਿਹੜੇ ਰਿਜ਼ਲਟ ਹੋਣਗੇ ਨਾ, ਉਹ ਲੋਕੀ ਆਪੇ ਉਹ ਤੋਂ ਅਸੈਸ ਕਰਨਗੇ ਕਿ ਕੰਮ ਵਾਕਈ ਕੁਝ ਹੋਇਆ। ਜਦੋਂ ਬੱਚੇ ਉਸ ਸਕੂਲ ਦੇ ਹੈਡਲਾਈਨ ਦੇ ਵਿੱਚ ਆਉਣਗੇ, ਮੈਰਿਟ ਦੇ ਵਿੱਚ ਆਉਣਗੇ, ਤਾਂ ਸਮਝ ਆਏਗੀ ਕਿ ਸਕੂਲ ਨੇ ਕੁਝ ਕੀਤਾ। ਹੁਣ ਪੰਜਾਬ ਦਾ ਆਲਰੇਡੀ ਸਿਚੁਏਸ਼ਨ ਕਿੱਥੇ ਹੈ ਐਜੂਕੇਸ਼ਨ ਦੇ, ਜਿਵੇਂ ਇਹ ਇਹਨਾਂ ਨੇ ਮਾਰਕੀਟਿੰਗ ਕੀਤੀ ਕਿ ਅਸੀਂ ਐਜੂਕੇਸ਼ਨ ਤੇ ਹਸਪੀਟਲਸ, ਪੰਜਾਬ ਦੋਵਾਂ ਚੋਂ ਮਾੜਾ ਨਹੀਂ ਸੀਗਾ ਦਿੱਲੀ ਦੇ ਮੁਕਾਬਲੇ ਦੇ ਵਿੱਚ। ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ। ਪੰਜਾਬ ਥੱਲੇ ਗਿਆ, ਉੱਪਰ ਇੱਕ ਲੈਵਲ ਅਚੀਵ ਕਰਕੇ ਡਿਵੈਲਪਮੈਂਟ ਦਾ, ਉਸ ਤੋਂ ਬਾਅਦ ਥੱਲੇ ਗਿਆ। ਉਹ ਪੀਰੀਅਡ ਵੀ ਸਭ ਨੂੰ ਪਤਾ, ਡਿਊਰਿੰਗ ਮਿਲੀਟੈਂਸੀ ਥੱਲੇ ਗਿਆ। ਹੁਣ ਉਸ ਤੋਂ ਬਾਅਦ ਵੀ ਜਿਹੜੀ ਮੈਂ ਪਰਫਾਰਮੈਂਸ ਇੰਡੈਕਸ ਜਿਹੜਾ ਪਿਛਲੇ ਇਸ ਸਾਲ ਰਿਲੀਜ਼ ਹੋਇਆ ਸੀਗਾ, ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਪੰਜਾਬ ਇੰਡੈਕਸ ਨੈਸ਼ਨਲ ਲੈਵਲ ਦਾ 2021-22, ਇਹਦੇ ਵਿੱਚ ਪੰਜਾਬ ਦੂਜੇ ਨੰਬਰ ਤੇ ਆ। ਔਰ ਪਹਿਲੇ ਨੰਬਰ ਤੇ ਪਤਾ ਕੌਣ ਹੈ? ਪਹਿਲੇ ਨੰਬਰ ਤੇ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ। ਇਹਦਾ ਮਤਲਬ ਹੈ ਕਿ ਸਟੇਟਸ ਦੇ ਵਿੱਚ ਪੰਜਾਬ ਹਿੰਦੁਸਤਾਨ ਦੇ ਵਿੱਚ ਨੰਬਰ 1 ਤੇ ਹੈ। ਜੇ ਪਰਫਾਰਮੈਂਸ ਗ੍ਰੇਡਿੰਗ ਦੇ ਵਿੱਚ ਨੰਬਰ 1 ਤੇ ਹੈ, ਤੇ ਅਸੀਂ ਪੰਜਾਬ ਨੂੰ ਇੰਨਾ ਕ੍ਰਿਟਿਸਾਈਜ਼ ਕਿਉਂ ਕਰ ਰਹੇ ਹਾਂ? ਗੱਲ ਇੱਥੇ ਹੈ। ਲਰਨਿੰਗ ਇੰਡੈਕਸ, ਇਹਦੇ ਪੰਜਾਬ ਨੰਬਰ 1 ਤੇ ਹੈ, ਚੰਡੀਗੜ੍ਹ ਨੰਬਰ 2 ਤੇ ਹੈ। ਸੋ ਪੰਜਾਬ ਦਾ ਸਟੇਟਸ ਆਲਰੇਡੀ ਇਹ ਹੈ। ਸੋ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਤੁਸੀਂ ਸਕੂਲ ਆਫ ਐਮੀਨੈਂਸ ਬਣਾਓ, ਵਧੀਆ ਗੱਲ ਹੈਗੀ ਹੈ, ਲੇਕਿਨ ਜਿਸ ਢੰਗ ਨਾਲ ਇੱਕ ਬਹੁਤ ਵੱਡਾ ਪ੍ਰਚਾਰ ਕੀਤਾ ਗਿਆ ਤੇ ਉਹ ਤੇ ਕਿੰਨਾ ਖਰਚਾ ਕੀਤਾ ਗਿਆ, ਇਹ ਸਰਕਾਰ ਨੂੰ ਇਹਦੀ ਟਰਾਂਸਪੇਰੈਂਸੀ ਲਿਆਉਣੀ ਚਾਹੀਦੀ ਹੈ। ਟੋਟਲ ਖਰਚਾ, ਕਿੰਨੀਆਂ ਬੱਸਾਂ, ਕਿੰਨਾ ਡੀਜ਼ਲ ਲੱਗਿਆ, ਕਿੰਨੇ ਲੋਕ ਢੋਏ ਗਏ, ਇਹ ਸਾਰਾ ਦੱਸੋ ਲੋਕਾਂ ਨੂੰ ਬਈ ਅਸੀਂ ਇੰਨਾ ਖਰਚਾ ਇਹਦੇ ਤੇ ਕੀਤਾ, ਤੇ ਸਕੂਲ ਤੇ ਖਰਚਾ ਕਿੰਨਾ ਕੀਤਾ ਸਕੂਲ ਆਫ ਐਮੀਨੈਂਸ ਬਣਾਉਣ ਵਾਸਤੇ। ਦੋਵੇਂ ਗੱਲਾਂ ਲੋਕਾਂ ਦੇ ਸਾਹਮਣੇ ਲੈ ਕੇ ਆਓ। ਇਹ ਪ੍ਰਚਾਰ ਲਗਾਤਾਰ ਅੱਜ ਹੁਣ ਜਿਵੇਂ ਸਨਅਤਕਾਰਾਂ ਦੀ ਮੀਟਿੰਗ ਹੈ, ਇਹ ਨਵੀਂ ਗੱਲ ਕੋਈ ਨਹੀਂ, ਲੇਕਿਨ ਜਿਵੇਂ ਤੁਸੀਂ ਦੱਸਿਆ ਕਿ ਪੈਰ ਪੈਰ ਤੇ ਪੰਜਾਬ ਦੇ ਵਿੱਚ ਬੈਨਰ ਲੱਗੇ ਹੋਏ ਆ, ਇਹਨਾਂ ਦੀ ਕੀ ਲੋੜ ਹੈਗੀ ਹੈ? ਪੰਜਾਬ ਦੀ ਇੰਡਸਟਰੀ ਆਲਰੇਡੀ ਡਿਕਲਾਈਨ ਤੇ ਹੈ। ਜਿਹੜੀ ਇੰਡਸਟਰੀ ਨਵੀਂ ਲਾਉਣ ਦੀ ਤਾਂ ਗੱਲ ਛੱਡੋ, ਜਿਹੜੀ ਆਲਰੇਡੀ ਹੈਗੀ ਹੈ ਅੰਮ੍ਰਿਤਸਰ, ਉਹਦੀ ਹਾਲਤ ਹੀ ਬਚਾ ਲਓ ਤੁਸੀਂ। ਜਲੰਧਰ ਨੂੰ ਬਚਾ ਲਓ, ਬਟਾਲਾ ਬੰਦ ਹੋ ਗਿਆ, ਮੰਡੀ ਗੋਬਿੰਦਗੜ੍ਹ ਬੰਦ ਹੋ ਰਹੀ ਹੈ। ਤੁਸੀਂ ਦੱਸੋ ਯੂਨਿਟਸ ਕਿੰਨੀਆਂ ਬੰਦ ਹੋਈਆਂ? ਜਲੰਧਰ ਦਾ ਕੀ ਹਾਲ ਹੈ? ਪੰਜਾਬ ਤਾਂ ਸਮਾਲ ਸਕੇਲ ਇੰਡਸਟਰੀ ਵਾਸਤੇ ਨੋਨ ਸੀਗਾ, ਲੁਧਿਆਣਾ ਪਾਇਨੀਅਰ ਸੀ ਹਿੰਦੁਸਤਾਨ ਦੇ ਵਿੱਚ, ਬਟਾਲਾ ਫਾਊਂਡਰੀ ਇੰਡਸਟਰੀ ਚ ਹਿੰਦੁਸਤਾਨ ਟਾਪ ਤੇ ਸੀ। ਹੁਣ ਕੀ ਹੈ? ਪੰਜਾਬ ਤਾਂ ਰਿਵਾਈਵਲ ਦੀ ਲੋੜ ਹੈ, ਪੰਜਾਬ ਨੂੰ ਮਾਰਕੀਟਿੰਗ ਦੀ ਲੋੜ ਨਹੀਂ ਜੀ। ਸੋ ਇਹ ਜਿਹੜੀ ਅਪਰੋਚ ਹੈ ਇਹ ਚੇਂਜ ਹੋਣੀ ਚਾਹੀਦੀ ਹੈ ਜੀ। ਲੋਕਾਂ ਦੇ ਵਿੱਚ ਬੇਚੈਨੀ ਤਾਂ ਹੈ ਹੀ ਆ, ਨੌਜਵਾਨਾਂ 'ਚ ਖਾਸ ਤੌਰ ਤੇ। ਪਿੱਛੇ ਜਿੱਦਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਚੋਣਾਂ 'ਚ ਜਿਸ ਤਰ੍ਹਾਂ ਦਾ ਮੈਂਡੇਟ ਆਇਆ, ਉਸ ਤੋਂ ਇਲਾਵਾ ਅਸੀਂ ਹੁਣ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਦੇਖ ਰਹੇ ਸੀਗੇ ਕਿ ਇੱਕ ਵਿਦਿਆਰਥਣ ਦੀ ਮੌਤ ਹੋ ਜਾਂਦੀ ਆ। ਵਿਦਿਆਰਥੀ ਦੋਸ਼ ਲਾ ਰਹੇ ਸੀਗੇ ਕਿ ਬਦਤਮੀਜ਼ੀ ਹੋਈ ਆ, ਬੱਚੇ ਨੂੰ ਮਾਨਸਿਕ ਤੌਰ ਤੇ ਟਾਰਚਰ ਕੀਤਾ ਗਿਆ, ਤੇ ਉਸ ਤੋਂ ਬਾਅਦ ਆਪਸੀ ਗੱਲਬਾਤ ਕਦੋਂ ਕੁੱਟਮਾਰ ਦਾ ਰੂਪ ਲੈ ਜਾਂਦੀ ਆ, ਪ੍ਰੋਫੈਸਰ ਕੁੱਟੇ ਜਾਂਦੇ ਨੇ ਜਾਂ ਧੱਕਾ ਮੁੱਕੀ ਉਹਨਾਂ ਨਾਲ ਹੋ ਜਾਂਦੀ ਹੈ। ਇਹ ਵੀ ਬੇਚੈਨੀਆਂ ਨੇ। ਔਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਯੂਨੀਵਰਸਿਟੀਜ਼ ਦੇ ਵਿੱਚ ਟੀਚਰਸ ਦਾ ਆਪਣਾ ਰੋਲ ਕਿਹੋ ਜਿਹਾ, ਯੂਨੀਵਰਸਿਟੀ ਦੀ ਪ੍ਰਸ਼ਾਸਨਿਕ ਜਿਹੜੀ ਅਪਰੋਚ ਉਹ ਕੀ ਹੈ, VC ਕੀ ਕਰ ਰਹੇ ਨੇ, ਅਕਸਰ ਇਹੋ ਜਿਹੇ ਮਾਮਲੇ ਕਿਉਂ ਆਉਂਦੇ ਆ, ਇਗੋਇਸਟਿਕ ਅਪਰੋਚ ਕਿਉਂ ਹੋਵੇ ਸਾਰਿਆਂ ਦੀ। ਇਹ ਮਾਮਲੇ ਵੀ ਸਰਦਾਰ ਜਗਤਾਰ ਸਿੰਘ ਜੀ ਅਮਨ ਕਾਨੂੰਨ ਦੀ ਸਥਿਤੀ ਦੇ ਨਜ਼ਰੀਏ ਤੋਂ ਬਹੁਤ ਜ਼ਰੂਰੀ ਕੰਮ ਕਰਨ ਵਾਲਾ ਸੀ। ਇੱਥੇ ਤਾਂ ਕੋਈ ਪੈਸੇ ਹੀ ਨਹੀਂ ਲੱਗਦੇ। ਅਸੀਂ ਫੋਰਸ ਨੂੰ ਵੱਖ-ਵੱਖ ਥਾਵਾਂ ਤੇ ਲਾ ਕੇ ਸੜਕਾਂ ਦੇ ਉੱਤੇ ਲਾਇਆ ਹੋਇਆ, ਮੈਂ ਦੇਖ ਰਿਹਾ ਸੀਗਾ ਕਿੰਨੀ ਫੋਰਸ ਅਸੀਂ ਇਹਨਾਂ ਕੰਮਾਂ ਤੇ ਲਾ ਰੱਖੀ ਆ। ਪਹਿਲਾਂ ਟੂਰਿਜ਼ਮ ਨੂੰ ਲੈ ਕੇ, ਹੁਣ ਜਿੰਨਾ ਅਸੀਂ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਪਰੇ ਜਾ ਰਹੇ ਹਾਂ, ਇਹਦਾ ਖਮਿਆਜ਼ਾ ਤਾਂ ਭੁਗਤਣਾ ਪੈ ਸਕਦਾ। ਹੁਣ ਤੱਕ ਵੀ ਅਜੇ ਰਾਹ ਤਲਾਸ਼ਦੇ ਫਿਰਦੇ ਆ ਸੁਖਬੀਰ ਸਿੰਘ ਬਾਦਲ,
ਜਿਹੜੇ ਕੈਪਟਨ ਅਮਰਿੰਦਰ ਸਿੰਘ ਵੀ ਦੇਖ ਰਹੇ ਹੋਣਗੇ ਕਿ ਉਹਨਾਂ ਦੀ ਤੂਤੀ ਬੋਲਦੀ ਸੀ, ਅੱਜ ਉਹਨਾਂ ਦੇ ਰਾਵਾਂ ਵੱਲ ਕੋਈ ਜਾਂਦਾ ਨਹੀਂ। ਤੇ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ, ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਕਦੇ ਸਮਝਦੀਆਂ ਸੀਗੀਆਂ ਕਿ ਉਹ ਰੱਬ ਨੇ, ਅੱਜ ਦੇ ਦਿਨ ਦੇ ਵਿੱਚ ਉਹ ਸੜਕ ਤੇ ਨੇ ਔਰ ਸੜਕ ਤੇ ਵੀ ਲੋਕ ਉਹਨਾਂ ਨੂੰ ਉਹਨਾਂ ਸਮਰਥਨ ਨਹੀਂ ਦੇ ਰਹੇ। ਇਹਨਾਂ ਨੂੰ ਵੀ ਕੋਈ ਵੱਖਰਾ ਟ੍ਰੀਟਮੈਂਟ ਨਹੀਂ ਮਿਲਣਾ ਜੇਕਰ ਇਹ ਲੋਕਾਂ ਦੀ ਨਬਜ਼ ਨਹੀਂ ਪਛਾਣਦੇ। ਮੈਂ ਸਮਝਣਾ ਚਾਹੂੰਗਾ ਤੁਹਾਡੇ ਤੋਂ। ਮੈਂ ਪੰਜਾਬੀ ਯੂਨੀਵਰਸਿਟੀ ਦੀ ਐਗਜ਼ਾਮਪਲ ਦੇਖ ਕੇ ਹੀ ਇਸ਼ੂ ਅੱਗੇ ਤੋਰਦਾ, ਕਿਉਂਕਿ ਮੈਂ ਵੀ ਉੱਥੇ ਪੜ੍ਹਿਆ ਹੋਇਆ। ਇਹ ਪੰਜਾਬ ਦੀ ਇੱਕ ਬਹੁਤ ਵਧੀਆ ਯੂਨੀਵਰਸਿਟੀ ਸੀ ਔਰ ਮਾਲਵਾ ਸਾਰਾ ਕੇਟਰ ਕਰਦੀ ਸੀਗੀ। ਸਿਰਫ ਮਾਲਵੇ ਦੀ ਗੱਲ ਨਹੀਂ ਸੀਗੀ, ਇਹਦੇ 'ਚ ਇਸ ਯੂਨੀਵਰਸਿਟੀ 'ਚ ਬਹੁਤ ਵੈਲ ਨੋਨ ਪ੍ਰੋਫੈਸਰ ਇੱਥੇ ਟੀਚ ਕਰਦੇ ਰਹੇ ਆ ਤੇ ਰਿਸਰਚ ਕਰਦੇ ਰਹੇ। ਯੂਨੀਵਰਸਿਟੀ ਦਾ ਕੰਮ ਸਿਰਫ ਟੀਚਿੰਗ ਨਹੀਂ ਹੁੰਦਾ, ਰਿਸਰਚ ਵੀ ਨਾਲ ਕੰਮ ਹੁੰਦਾ, ਇਕੁਅਲੀ ਇੰਪੋਰਟੈਂਟ ਰਿਸਰਚ ਹੁੰਦੀ ਹੈ। ਔਰ ਪੰਜਾਬੀ ਯੂਨੀਵਰਸਿਟੀ ਦੀ ਕੰਟਰੀਬਿਊਸ਼ਨ ਰਿਸਰਚ ਦੇ ਵਿੱਚ ਕਿਸੇ ਵੇਲੇ ਬਹੁਤ ਸੀਗੀ। ਇਹ ਡੀਗ੍ਰੇਡੇਸ਼ਨ ਓਵਰ ਦੀ ਈਅਰਸ ਕਿਉਂ ਆਈ ਹੈ ਯੂਨੀਵਰਸਿਟੀਆਂ ਦੇ ਵਿੱਚ? ਹੁਣ ਹਾਲਤ ਇਹ ਹੈ ਕਿ ਉੱਥੇ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ, ਔਰ ਇਹ ਅੱਜ ਦੀ ਨਹੀਂ ਹੈ, ਪਿਛਲੇ 15 ਸਾਲ ਤੋਂ ਲਗਾਤਾਰ ਇਸ ਯੂਨੀਵਰਸਿਟੀ ਦੀ ਹਾਲਤ ਇਹ ਹੈ। ਇਹ ਜਿਹੜਾ ਅੱਜ ਉੱਥੇ ਹੋਇਆ ਇਹ ਸਡਨ ਆਊਟ ਕੰਮ ਨਹੀਂ ਹੈ। ਜਿਹੜਾ ਮਾਹੌਲ ਪਿਛਲੇ 15 ਸਾਲ ਦੇ ਵਿੱਚ ਇਸ ਯੂਨੀਵਰਸਿਟੀ 'ਚ ਲਗਾਤਾਰ ਬਣ ਰਿਹਾ, ਉਹਦੇ ਵਿੱਚੋਂ ਇਹ ਸਿਚੁਏਸ਼ਨ ਇਹੋ ਜਿਹੀਆਂ ਐਮਰਜ ਹੁੰਦੀਆਂ। ਮੁੱਖ ਮੰਤਰੀ ਪਟਿਆਲੇ ਦਾ ਹੋਵੇ, ਜਿੱਥੋਂ ਦੀ ਯੂਨੀਵਰਸਿਟੀ ਹੈ, ਉਸ ਤੋਂ ਬਾਅਦ ਵੀ ਕੋਈ ਲੌਂਗ ਟਰਮ ਪਲਾਨ ਇਸ ਯੂਨੀਵਰਸਿਟੀ ਨੂੰ ਰਿਵਾਈਵ ਕਰਨ ਦੀ ਨਾ ਹੋਵੇ, ਇਹ ਤਾਂ ਸਰਕਾਰ ਤਾਂ ਜਵਾਬਦੇਹ ਹੋਣੇ ਪੈਣੀ ਹੈ। ਹੁਣ ਗਵਰਨਰ ਤੇ ਸੀਐਮ ਆਪਸ ਝਗੜ ਪੈਂਦੇ ਆ ਵੀਸੀ ਲਾਉਣ ਵਾਸਤੇ। ਮਸਲਾ ਸਿਰਫ ਵੀਸੀ ਲਾਉਣ ਦਾ ਨਹੀਂ ਹੈ, ਜਿਹੜੀ ਰਿਵਾਈਵਲ ਹੈ ਐਜੂਕੇਸ਼ਨ ਸਿਸਟਮ ਦੀ। ਕੱਲ ਅਸੀਂ ਇੱਕ ਸਕੂਲ ਆਫ ਐਮੀਨੈਂਸ ਦੀ ਗੱਲ ਕਰ ਰਹੇ ਹਾਂ, ਐਡੇ ਵੱਡੀ ਮਾਰਕੀਟਿੰਗ ਕੀਤੀ ਹੈ। ਜਿਹੜੀ ਯੂਨੀਵਰਸਿਟੀ ਇੱਕ ਵਧੀਆ ਕੰਟਰੀਬਿਊਟ ਕਰ ਰਹੀ ਸੀ ਸੁਸਾਇਟੀ ਨੂੰ ਤੇ ਮੁਲਕ ਨੂੰ, ਉਹ ਥੱਲੇ ਕਿਉਂ ਆਈ ਹੈ? ਇੰਨੀ ਥੱਲੇ ਕਿਉਂ ਆਈ ਹੈ? ਇਹ ਜਵਾਬਦੇਹ ਤਾਂ ਸਰਕਾਰ ਹੋਏਗੀ ਨਾ, ਕੱਲੀ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਇਹਦੇ ਜਵਾਬਦੇਹ ਨਹੀਂ ਹੈ। ਹੁਣ ਮਸਲਾ ਇਮੀਡੀਏਟ ਸੀ ਕਿ ਬੱਚੀ ਜਿੰਨੀ ਮੈਂ ਸੁਣਿਆ, ਪੰਜਾਬੀ ਡਿਪਾਰਟਮੈਂਟ ਦੀ ਬੱਚੀ ਇੱਕ ਜਿਹੜੀ ਸ਼ਾਇਦ ਬਿਮਾਰ ਰਹਿੰਦੀ ਸੀਗੀ, ਉਹਦੇ ਲੈਕਚਰਸ ਪੂਰੇ ਕਰਨ ਦੀ ਸ਼ਾਇਦ ਕੋਈ ਗੱਲ ਸੀਗੀ ਕੋਈ। ਚਲੋ ਉਹ ਤੋਂ ਗੱਲ ਵੱਧ ਗਈ, ਬੱਚੀ ਦੀ ਜਾਨ ਚਲੀ ਗਈ ਬਿਮਾਰੀ ਕਰਕੇ, ਤੇ ਰੌਲੇ ਦੇ ਵਿੱਚ ਪ੍ਰੋਫੈਸਰ ਕੁੱਟਿਆ ਗਿਆ ਜਿਹੜਾ ਉਹਨਾਂ ਦਾ ਹੈਡ ਸੀਗਾ। ਇਹ ਤਾਂ ਵੀਸੀ, ਹੁਣ ਜਿਹੜੀ ਖਬਰ ਚੱਲ ਰਹੀ ਸੀ ਟੀਵੀ ਤੇ ਵੀਸੀ ਸਾਹਿਬ ਕਹਿੰਦੇ ਵੀ ਸਾਨੂੰ ਲਿਖ ਕੇ ਦੇ ਦਿਓ, ਮੈਂ ਜਾਂਚ ਕਰਾ ਲਊਂਗਾ। ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਇਹ ਵੀਸੀ ਆਏ ਸੀਗੇ ਤੇ ਸਾਇੰਟਿਸਟ ਸੀਗੇ ਤੇ ਐਕਸਪੈਕਟ ਕੀਤਾ ਜਾਂਦਾ ਸੀਗਾ ਕਿ ਯੂਨੀਵਰਸਿਟੀ ਨੂੰ ਰਿਵਾਈਵ ਕਰਨ ਦੇ ਵਿੱਚ ਇਹ ਮੇਜਰ ਕੋਈ ਕੰਟਰੀਬਿਊਸ਼ਨ ਕਰਨਗੇ, ਕੋਈ ਨਵਾਂ ਇਹਦੀ ਰੂਪਰੇਖਾ ਤਿਆਰ ਕੀਤੀ ਜਾਏਗੀ ਯੂਨੀਵਰਸਿਟੀ ਰਿਵਾਈਵ ਕਰਨ ਦੀ, ਫਰੇਮਵਰਕ ਤਿਆਰ ਕੀਤਾ ਜਾਏਗਾ। ਸਰਕਾਰ ਤੋਂ ਪੈਸੇ ਲਏ ਜਾਣਗੇ, ਤਨਖਾਹ ਦੇਣਾ ਤਾਂ ਸਰਕਾਰ ਤੋਂ ਪੈਸੇ ਲਈ ਚੱਲੋ, ਉਹਦੇ ਨਾਲ ਯੂਨੀਵਰਸਿਟੀਆਂ ਰਿਵਾਈਵ ਨਹੀਂ ਹੁੰਦੀਆਂ। ਸੋ ਲੌਂਗ ਟਰਮ ਸਰਕਾਰ ਦੀ ਵੀ ਅਪਰੋਚ ਚਾਹੀਦੀ ਹੈ ਕਿ ਇੱਕ ਪੀਸ ਮੀਲ ਵੀ ਆ ਸਕੂਲ ਬਣਾ ਦਿਓ ਜੀ, ਇਸ ਤਰ੍ਹਾਂ ਕਰ ਦਿਓ ਜੀ, ਇਹ ਨਹੀਂ। ਤੁਹਾਡਾ ਟੋਟਲ ਜਿਹੜਾ ਢਾਂਚਾ ਹੈ ਇੰਫਰਾਸਟ੍ਰਕਚਰ ਐਜੂਕੇਸ਼ਨ ਦਾ, ਯੂਨੀਵਰਸਿਟੀ ਟੌਪ ਤੇ ਹੈ, ਇਹ ਰਿਵਾਈਵ ਤੁਸੀਂ ਪ੍ਰੋਪਰਲੀ ਕਿਉਂ ਨਹੀਂ ਕਰਦੇ? ਮੈਂ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਇਨ ਆਈਸੋਲੇਸ਼ਨ, ਉਹਨੂੰ ਨਹੀਂ ਦੇਖ ਰਿਹਾ। ਜਿਹੜੀ ਟੋਟਲ ਡੀਗ੍ਰੇਡੇਸ਼ਨ ਐਜੂਕੇਸ਼ਨ ਦੀ ਹੋਈ ਹੈ ਪੰਜਾਬ ਦੇ ਵਿੱਚ, ਔਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਹੈ ਉਹਦੇ 'ਚ ਹਜ਼ਾਰਾਂ ਸਟੂਡੈਂਟਸ ਹੁਣ ਆਉਂਦੇ ਆ, ਸਾਰੀਆਂ ਓਵਰ ਕਰਾਊਡਡ ਹੈ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀ 'ਚ। ਔਰ ਜਿਹੜੀਆਂ ਸਰਕਾਰੀ ਯੂਨੀਵਰਸਿਟੀਜ਼ ਹੈਗੀਆਂ ਉੱਥੇ ਲੋਕ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ, ਨਾ ਹੀ ਤੁਹਾਡੇ ਕੋਲ ਸਬਜੈਕਟ ਹੈਗੇ। ਤੁਸੀਂ ਉਹੀ 50 ਸਾਲ ਪੁਰਾਣੇ ਵਾਲੇ ਜਿਹੜੇ ਸਬਜੈਕਟ ਉਹੀ ਪੜ੍ਹਾਈ ਜਾ ਰਹੇ। ਬਿਲਕੁਲ ਠੀਕ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ, ਇਹ ਪੂਰੀ ਨਜ਼ਰਸਾਨੀ ਕਰਨ ਦੀ ਲੋੜ ਹੈ। ਸਰਦਾਰ ਹਰਮੀਤ ਸਿੰਘ ਜੀ, ਜਦੋਂ ਵੀਸੀ ਸਾਹਿਬ ਦਾ ਜ਼ਿਕਰ ਕਰਦੇ ਆ, ਮੈਂ ਮਾਫੀ ਮੰਗ ਕੇ ਕਹਿਣਾ ਚਾਹੂੰਗਾ, ਉਹ ਇਸ ਖਿੱਤੇ ਨਾਲ ਮਾਝੇ ਦੀ ਟਕਸਾਲ ਮੰਨਿਆ ਜਾਂਦਾ, ਪੰਜਾਬ ਦੀ ਟਕਸਾਲ ਮਾਝੇ ਨੂੰ, ਇਸੇ ਖਿੱਤੇ ਨਾਲ ਸੰਬੰਧਿਤ ਹੈ। ਉਹਨਾਂ ਦੀ ਪਰਿਵਾਰਕ ਵਿਰਾਸਤ ਬੜੀ ਵਧੀਆ, ਉਹਨਾਂ ਦਾ ਅਕੈਡਮਿਕ ਅਸੀਂ ਦੇਖਦੇ ਆ। ਉਹ ਨਹੀਂ, ਮੈਂ ਇਹਨਾਂ ਦੇ ਘਰ ਵੀ ਗਿਆ ਜੀ ਕਿਸੇ ਜਮਾਨੇ 'ਚ, ਇਹਨਾਂ ਦੇ ਫਾਦਰ ਕੋਲੇ, ਮੈਂ ਜਾਣ ਕੇ ਜ਼ਿਕਰ ਨਹੀਂ ਕੀਤਾ। ਮੈਂ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਮੁੱਦਿਆਂ ਤੇ ਬੋਲਦਾ, ਜਦੋਂ ਉਹਨਾਂ ਨੂੰ ਸੁਣਦਾ ਹੈ ਤਾਂ ਇੰਨੇ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ 'ਚ ਜਿਹੜਾ ਸਹਿਜ ਹੁੰਦਾ ਹੈ ਜਾਂ ਜਿਸ ਤਰੀਕੇ ਨਾਲ ਚੀਜ਼ਾਂ ਨੂੰ ਡੀਲ ਕਰਨਾ ਹੁੰਦਾ, ਉਹਦੀ ਕਮੀ ਆਉਂਦੀ ਹੈ। ਬੱਚੇ ਜਿਹੜੇ ਉਹਨਾਂ ਨੂੰ ਪ੍ਰੋਪਰ ਡੀਲ ਕਰਨਾ ਹੈ, ਅਧਿਆਪਕਾਂ ਨੂੰ ਪ੍ਰੋਪਰ ਡੀਲ ਕਰਨਾ, ਹਰ ਗੱਲ ਦੇ ਵਿੱਚ ਟਕਰਾਅ, ਇਹਨਾਂ ਚੀਜ਼ਾਂ ਨਾਲੋਂ ਥੋੜਾ ਜਿਹਾ ਉੱਪਰ ਉੱਠ ਕੇ ਮੈਨੂੰ ਲੱਗਦਾ ਰਿਸਰਚ ਜਿਹੜੀ ਸੀ ਯੂਨੀਵਰਸਿਟੀਆਂ ਦੀ, ਜਿਹੜੀ ਖੋਜ ਕਾਰਜ ਸੀਗੇ, ਉਹ ਲਗਭਗ ਬੰਦ ਹੋਇਆ। ਵਿਭਾਗ ਬੰਦ ਹੋਣ ਦੀ, ਇੱਕ ਯੂਨੀਵਰਸਿਟੀ ਦੀ ਨਹੀਂ ਗੱਲ ਕਰ ਰਿਹਾ ਮੈਂ, ਓਵਰਆਲ ਗੱਲ ਕਰ ਰਿਹਾ ਕਿ ਸਾਰਿਆਂ ਦੇ ਵਿੱਚ ਇਹ ਹਾਲ ਹੋ ਰਿਹਾ। ਹੁਣ ਇਹ ਸਾਰੀ ਸਿਚੁਏਸ਼ਨ ਜਦੋਂ ਅਰਾਈਜ਼ ਹੁੰਦੀ ਆ, ਵੀਸੀ ਨੇ ਸਭ ਤੋਂ ਅੱਗੇ ਲੀਡ ਕਰਨਾ ਹੁੰਦਾ, ਮੂਹਰਿਓਂ ਲੀਡ ਕਰਨਾ ਹੁੰਦਾ। ਕਿਉਂ ਤੁਹਾਨੂੰ ਲਿਖ ਕੇ ਦੇਣ 'ਚ ਯੂਨੀਵਰਸਿਟੀ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਕੋਈ ਘਟਨਾ ਵਾਪਰ ਗਈ ਹੈ, ਉਹਦੇ ਲਈ ਤੁਰੰਤ ਜਾਂਚ
ਤੁਹਾਡੇ ਕੋਲ ਜਦੋਂ ਵਿਦਿਆਰਥੀ ਆਏ ਉਸ ਤੋਂ ਪਹਿਲਾਂ ਜਾਂਚ ਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਸੀਗਾ। ਔਰ ਜੇਕਰ ਮੰਨ ਲਓ ਵਿਦਿਆਰਥੀ ਗੁੱਸੇ 'ਚ ਹੈ ਤਾਂ ਤੁਸੀਂ ਉਸ ਅਧਿਆਪਕ, ਜਿਸ ਅਧਿਆਪਕ ਦੀ ਗਲਤੀ ਵੀ ਹੋ ਸਕਦੀ ਹੈ, ਜਿਹੜੇ ਅਧਿਆਪਕਾਂ ਨੇ ਠੀਕ ਟ੍ਰੀਟ ਨਹੀਂ ਕੀਤਾ ਹੋ ਸਕਦਾ, ਉਹਨਾਂ ਦਾ ਰਵੱਈਆ ਮਾੜਾ ਹੋ ਸਕਦਾ ਹੈ, ਪਰ ਉਹਨਾਂ ਅਧਿਆਪਕਾਂ ਨੂੰ ਵੀ ਸੁਰੱਖਿਆ ਦੇਣੀ ਸੀ। ਉਹਨਾਂ ਅਧਿਆਪਕਾਂ ਨੇ ਜੇ ਗਲਤ ਸੀ ਤੇ ਉਹਨਾਂ ਨੂੰ ਚਾਰਜ ਸ਼ੀਟ ਕਰਕੇ ਜੇ ਬਰਖਾਸਤ ਕਰਨਾ ਪਵੇ ਵੀ ਕਰਨਾ ਵੀਸੀ ਦੀ ਜ਼ਿੰਮੇਵਾਰੀ ਹੈ। ਸੋ ਮੈਨੂੰ ਲੱਗਦਾ ਹੈ ਕਿ ਇੱਥੇ ਥੋੜੇ ਜਿਹੇ ਖੱਪੇ ਹੈਗੇ ਨੇ, ਗੈਪ ਹੈਗੇ ਨੇ। ਮੇਰਾ ਖਿਆਲ ਆ ਕਿ ਵੀਸੀ ਗੁੱਸਾ ਕਰਨਗੇ ਇਸ ਗੱਲ ਦਾ, ਪਰ ਵੱਡੀਆਂ ਜ਼ਿੰਮੇਵਾਰੀਆਂ ਲੈਣ ਦੇ ਨਾਲ ਵੱਡਾ ਸਿਰ ਵੀ ਰੱਖਣਾ ਪੈਂਦਾ। ਕੀ ਕਹਿੰਦੇ? ਬਿਲਕੁਲ, ਜਿਹੜੇ ਪ੍ਰੋਬਲਮ 'ਚ ਆਉਂਦੀਆਂ, ਪ੍ਰੋਬਲਮ 'ਚ ਹਰ ਇੰਸਟੀਚਿਊਸ਼ਨ 'ਚ ਆਉਣਗੀਆਂ ਜਦੋਂ ਵੀ ਕਿਤੇ ਕੋਈ ਜਾਏਗਾ, ਖਾਸ ਤੌਰ ਤੇ ਜਦੋਂ ਗਰਾਵਟ ਵਾਲੀ 'ਚ ਜਾਂਦੇ ਹੋ ਤੁਸੀਂ, ਫਾਈਨੈਂਸ਼ੀਅਲ ਕਮਜ਼ੋਰੀ ਵਾਲੀ 'ਚ ਤੇ ਬਾਕੀ 'ਚ। ਰੌਲਾ ਇਹ ਹੁੰਦਾ ਕਿ ਤੁਸੀਂ ਉਹਨੂੰ ਹੈਂਡਲ ਕਿਵੇਂ ਕਰਦੇ ਹੋ। ਜਿਹੜੀਆਂ ਵੀ ਹਾਲਾਤ ਤੁਹਾਡੇ ਸਾਹਮਣੇ ਹੋਣ, ਜਦੋਂ ਤੁਸੀਂ ਇੱਕ ਹੈੱਡ ਬਣਦੇ ਹੋ ਕਿਤੇ ਦੇ ਵੀ ਜਾ ਕੇ, ਤਾਂ ਪਹਿਲਾਂ ਤਾਂ ਉੱਥੇ ਆਪਣੀ ਇੱਕ ਟੀਮ ਡਿਵੈਲਪ ਕਰਨੀ ਹੁੰਦੀ ਹੈ। ਇਹੋ ਜਿਹੀ ਆਈਸੋਲੇਸ਼ਨ 'ਚ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ। ਜਿਹੜੇ ਚੀਜ਼ਾਂ ਨੂੰ ਹੈਂਡਲ ਕਰਦੀ ਹੈ, ਜਾਂ ਜਿਹੜੀਆਂ ਚੀਜ਼ਾਂ ਨਾਲ ਜਿਹਨਾਂ ਨਾਲ ਤੁਸੀਂ ਸਲਾਹ ਕਰਦੇ ਹੋ, ਜਿਹੜੇ ਤੁਹਾਨੂੰ ਐਡਵਾਈਸ ਕਰਦੇ ਨੇ ਕਿ ਆਹ ਚੀਜ਼ਾਂ ਹੋ ਰਹੀਆਂ ਨੇ। ਵੈਸੇ ਹੀ ਜਿਹੜਾ ਹੈੱਡ ਹੈ ਕਿਸੇ ਵੀ ਇੰਸਟੀਚਿਊਟ ਦਾ, ਜੇ ਉਹਦੇ ਕੋਲ ਫੀਡਬੈਕ ਕੰਟੀਨਿਊ ਨਾ ਆਉਂਦੀ ਰਹੇ ਵੱਖ-ਵੱਖ ਥਾਵਾਂ ਤੋਂ, ਰਿਐਲਿਟੀ ਉਹਦੇ ਕੰਨਾਂ ਤੱਕ, ਤਾਂ ਵੀ ਚੀਜ਼ਾਂ ਹੈਂਡਲ ਨਹੀਂ ਹੁੰਦੀਆਂ। ਇਹ ਚੀਜ਼ਾਂ ਮਤਲਬ ਜਿਹੜੀਆਂ ਵੱਧਦੀਆਂ ਨੇ, ਇੱਕ ਜਦੋਂ ਚਰਮ ਤੇ ਆ ਜਾਂਦੀ ਹੈ ਕੋਈ ਚੀਜ਼ ਨਾ, ਉਦੋਂ ਜਾ ਕੇ ਜਦੋਂ ਤੁਸੀਂ ਇਨਵੋਲਵ ਹੋਣ ਦੀ ਟਰਾਈ ਕਰਦੇ ਹੋ ਕਿ ਉਹ ਹੱਦਾਂ ਬੰਨੇ ਟੱਪ ਜਾਂਦੀ ਹੈ, ਫਿਰ ਤਾਂ ਮਤਲਬ ਉਹਦੇ 'ਚ ਸ਼ਾਮਲ ਹੋਣਾ ਨਾ ਸ਼ਾਮਲ ਹੋਣਾ ਇੱਕੋ ਜਿਹਾ ਹੋ ਜਾਂਦਾ। ਫਿਰ ਕੋਈ ਤੁਸੀਂ ਉਹਨੂੰ ਹੱਲ ਨਹੀਂ ਉਸ ਲੈਵਲ ਤੇ ਉੱਤੇ ਕਰ ਸਕਦੇ। ਹਾਲਾਂਕਿ ਇਹ ਜਿਹੜੀ ਬੱਚੀ ਦੀ ਗੱਲ ਕਰਦੇ ਨੇ ਕਿ ਉਹ ਬਿਮਾਰ, ਲਗਾਤਾਰ ਇੱਕ ਦੋ ਪ੍ਰੋਫੈਸਰਾਂ ਨਾਲ ਵੀ ਮੇਰੀ ਗੱਲ ਹੋਈ, ਜਿਹੜੇ ਕਹਿ ਰਹੇ ਨੇ ਕਿ ਪਹਿਲਾਂ ਉਹ ਬਿਮਾਰ ਸੀ, 21 'ਚ ਦਾਖਲ ਹੋਈ ਤੇ ਹੁਣ ਫੇਰ ਦਾਖਲ ਹੋਈ, ਫੇਰ ਨਹੀਂ ਸੀ ਆ ਰਹੀ। ਤੇ ਜਿਹੜੇ ਬੱਚੇ ਇਲਜ਼ਾਮ ਲਾ ਰਹੇ ਨੇ ਕਿ ਉਹਨੂੰ ਇਹ ਕਿਹਾ ਗਿਆ ਡਾਇਰੈਕਟਲੀ ਵੀ ਤੇਰਾ ਨਾਂ ਕੱਟ ਦਿੱਤਾ ਜਾਏਗਾ, ਫਿਰ ਜੇ ਤੂੰ ਕਲਾਸ 'ਚ ਆਉਂਦੀ ਨਹੀਂ, ਬਿਮਾਰ ਹੈ, ਨਹੀਂ ਹੈ, ਇਹਦੇ ਨਾਲ ਨਹੀਂ ਲੱਗਾ ਦੇਗਾ ਵੀ ਤੂੰ ਮਤਲਬ ਆਇਆ ਕਰ, ਨਹੀਂ ਤਾਂ ਫਿਰ ਤੇਰਾ ਨਾਂ ਕੱਟਿਆ ਜਾਣਾ, ਅਸੀਂ ਕੁਝ ਨਹੀਂ ਕਰ ਸਕਦੇ। ਇਹਨੂੰ ਹੁਣ ਤੁਸੀਂ ਇਹ ਸਮਝ ਲਓਗੇ ਥ੍ਰੈਟਨਿੰਗ ਟੋਨ ਹੈ ਜਾਂ ਉਹ ਕੱਲੀ ਇੰਨੀ ਕੀ ਗੱਲ ਹੈ। ਔਰ ਉਹਨੂੰ ਉਹਦੇ ਮਾਪੇ ਦਵਾਈ ਦਵਾ ਕੇ ਲੈ ਕੇ ਗਏ ਨੇ ਪਿੰਡ ਦੀ। ਪਰ ਨਾਲ ਦੀ ਨਾਲ ਗੱਲ ਇਹ ਹੈ ਵੀ ਇਕੱਲੇ ਇਹ ਸਾਰਾ ਕੁਝ ਹੀ ਜਿਹੜਾ ਇੱਕ ਬੱਚੇ ਕਰਕੇ ਨਹੀਂ ਹੁੰਦਾ। ਇਹਦਾ ਮਤਲਬ ਉਸ ਫਿਜ਼ਾ ਦੇ ਵਿੱਚ ਕਿੰਨੀਆਂ ਚੀਜ਼ਾਂ ਪਹਿਲਾਂ ਫਿਰਦੀਆਂ ਨੇ ਇਹੋ ਜਿਹੀਆਂ, ਜਿਹੜੀਆਂ ਬੰਦਿਆਂ ਨੂੰ ਅਕਮੂਲੇਟ ਹੋ ਜਾਂਦੀਆਂ ਨੇ ਫਿਰ ਜਾ ਕੇ ਸਟੂਡੈਂਟਸ ਦੇ ਅੰਦਰ ਵੀ ਤੇ ਬਾਕੀ ਲੋਕਾਂ ਦੇ ਅੰਦਰ ਵੀ। ਇਹਦਾ ਮਤਲਬ ਇਹ ਤਾਂ ਐ ਚੱਲੀ ਜਾਂਦਾ, ਫਿਰ ਇੱਕ ਟਰਨਿੰਗ ਪੁਆਇੰਟ ਆਉਂਦਾ ਜਦੋਂ ਡੈਥ ਹੀ ਹੋ ਜਾਂਦੀ ਹੈ, ਫਿਰ ਉਹ ਟਰਾਈ ਕਰਦੇ ਨੇ। ਤਾਂ ਇਹਦਾ ਮਤਲਬ ਇੱਕ ਗੱਲ ਤਾਂ ਇਹ ਵੀ ਸਾਬਤ ਹੁੰਦੀ ਹੈ ਕਿ ਟੀਚਰ ਤੇ ਸਟੂਡੈਂਟਸ ਦੇ ਜਿਹੜੇ ਰਿਲੇਸ਼ਨ ਨੇ ਉਹਨਾਂ 'ਚ ਵੀ ਬਹੁਤ ਵੱਡੇ ਪੱਧਰ ਤੇ ਤਬਦੀਲੀ ਆ ਰਹੀ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਚੇਂਜ ਉਸ ਪੱਧਰ ਤੇ ਹੈ। ਪ੍ਰਾਈਵੇਟ ਸੰਸਥਾਵਾਂ 'ਚ ਤਾਂ ਆਪਾਂ ਮੰਨੀਏ ਕਿ ਉੱਥੇ ਕਮਰਸ਼ੀਅਲ ਹੈ ਜੀ, ਉਹ ਤਾਂ ਪੈਸੇ ਦੀ ਗੱਲ ਕਰਦੇ ਨੇ, ਪੈਸਾ ਲੈਣਾ ਤੇ ਗੱਜ ਪੜਵਾਉਣਾ। ਪਰ ਜਿਹੜੀਆਂ ਇਹੋ ਜਿਹੀਆਂ ਸਟੇਟ ਯੂਨੀਵਰਸਿਟੀਆਂ ਨੇ, ਉਹਦੇ 'ਚ ਤਾਂ ਇਹ ਐਂਗਲ ਨਹੀਂ ਆਉਣਾ ਚਾਹੀਦਾ ਨਾ ਕਿ ਕੋਈ ਇਕੱਲੇ ਪੈਸੇ ਦੀ ਗੱਲ ਹੈ ਜਾਂ ਕੋਈ ਗੱਲ ਹੋਰ ਹੈ। ਤੇ ਉੱਥੇ ਤਾਂ ਘੱਟੋ ਘੱਟ ਤਨਖਾਹਾਂ ਚੰਗੀਆਂ ਨੇ, ਘੱਟ ਮਿਲਦੀਆਂ ਨੇ, ਥੋੜਾ ਦੇਰੀ ਨਾਲ ਮਿਲ ਜਾਂਦੀ, ਉਹ ਅਲੱਗ ਗੱਲ ਹੈ। ਸਭ ਕੁਝ ਚੰਗਾ ਟੀਚਰਾਂ ਨੂੰ ਵੀ, ਤੇ ਸਟੂਡੈਂਟ ਵੀ ਉਸ ਪੱਧਰ ਦੇ ਉੱਤੇ ਜਦੋਂ ਆਉਂਦੇ ਨੇ ਤਾਂ ਕਿਉਂ ਇਹ ਮਤਲਬ ਰਿਲੇਸ਼ਨ 'ਚ ਵਿਗਾੜ ਐਡੇ ਵੱਡੇ ਪੱਧਰ ਤੇ ਕਿਉਂ ਚੱਲ ਰਿਹਾ? ਕੀ ਕੁਝ ਕਾਫੀ ਵੱਡਾ ਕੁਝ ਗਲਤ ਹੋ ਰਿਹਾ? ਔਰ ਜੇ ਜ਼ਿਆਦਾ ਗਲਤ ਹੋ ਰਿਹਾ ਤਾਂ ਵਾਈਸ ਚਾਂਸਲਰ ਤੋਂ ਲੈ ਕੇ ਸਾਰਿਆਂ ਦੀ, ਇਹ ਸਰਕਾਰ ਤੱਕ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਹਦੀ ਥੋਰੋ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਕਿਵੇਂ ਇੰਪਰੂਵਮੈਂਟ ਵਾਲੇ ਪਾਸੇ ਜਾਣ ਇਹ ਰਿਲੇਸ਼ਨ, ਜਿਹੜੇ ਸੰਬੰਧ ਨੇ, ਜੇ ਓਵਰਆਲ ਨਾ ਹੋਣ। ਨਹੀਂ ਤਾਂ ਐਥੀਕਲੀ ਸਟੂਡੈਂਟ ਦਾ ਵੀ, ਚਾਹੇ ਉਹ ਭੀੜ 'ਚ ਵਗ ਜਾਣ, ਤਾਂ ਭੀੜ ਦੇ ਤੌਰ ਤੇ ਵੀ ਕਿਸੇ ਪ੍ਰੋਫੈਸਰ ਨੂੰ ਕੁੱਟ ਦੇਣਾ, ਇਹਨੂੰ ਵੀ ਕੋਈ ਮਤਲਬ ਵਾਜਬ ਨਹੀਂ ਨਾ ਠਹਿਰਾ ਸਕਦਾ ਇਸ ਨਾਂ ਤੇ ਕਿ ਜੀ ਤੁਸੀਂ। ਔਰ ਮੈਂ ਉਹ ਵੀਡੀਓ ਬੈਠੀ ਦੇਖੀ ਹੈ, ਪਹਿਲਾਂ ਉਹ ਵੀਸੀ ਦੇ ਕਮਰੇ ਚੋਂ ਨਿਕਲਦੇ ਨੇ ਪ੍ਰੋਫੈਸਰ, ਫਿਰ ਐਨ ਚੱਪੜੀ ਮਾਰ ਕੇ ਸਾਰੇ ਸਟੂਡੈਂਟ ਬੈਠੇ ਗੱਲ ਕਰਦੇ ਨਜ਼ਰ ਆ ਰਹੇ ਨੇ ਇੱਕ ਦੂਜੇ ਦੇ ਨਾਲ ਕਾਫੀ ਲੰਬਾ ਸਮਾਂ। ਉਦੋਂ ਬਾਅਦ ਫਿਰ ਕੀ ਭੜਕਦਾ, ਕੀ ਕੋਈ ਯੂਨੀਵਰਸਿਟੀ ਦੇ ਅੰਦਰ ਗਰੁੱਪਬਾਜੀ ਵੀ ਇਸ ਪੱਧਰ ਦੀ ਹੈ, ਜਿਹੜੀਆਂ ਐਡੀਆਂ ਗਰੁੱਪਬਾਜ਼ੀਆਂ ਹੋਣ ਜਿਹੜੀਆਂ ਉਸ ਹੱਦ ਤੱਕ ਚੀਜ਼ਾਂ ਨੂੰ ਲੈ ਜਾਂਦੀਆਂ ਹੋਣ। ਮਤਲਬ ਕਿਹੜੇ ਕਾਰਨ ਨੇ ਉਹਦੇ, ਕਿਹੜੀਆਂ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਦਾ ਇੱਕ ਔਨ ਦੀ ਹੋਲ ਮਤਲਬ ਇੱਕ ਜਾਂਚ ਕਰਕੇ ਉਹਨਾਂ ਨੂੰ ਦਰੁਸਤੀ ਵੱਲ ਲੈ ਕੇ ਜਾਣਾ ਚਾਹੀਦਾ। ਨਹੀਂ ਤਾਂ ਫਿਰ ਠੀਕ ਹੈ ਜੀ, ਘਟਨਾਵਾਂ ਵਾਪਰ ਗਈਆਂ, ਆਪਾਂ ਕੀ ਕਰੀਏ, ਫਿਰ ਤਾਂ ਸਭ ਨਹੀਂ ਕਰਦੇ। ਸਮੇਂ ਦੇ ਲਿਹਾਜ਼ ਨਾਲ ਉਹ ਚੀਜ਼ਾਂ ਹੋ ਜਾਂਦੀਆਂ ਨੇ ਹੱਲ, ਕੋਈ ਮਾਫੀ ਮੰਗ ਕੇ ਹੱਲ ਕਰ ਲੂ, ਕੋਈ ਲੈ ਦੇ ਕੇ ਹੱਲ ਕਰ ਲੂ, ਕੋਈ ਕਿਤੇ, ਤਾਂ ਸਮਾਜ ਵੀ ਕਰਦਾ ਹੀ ਹੈ। ਇਹ ਹਾਇਰ ਐਜੂਕੇਸ਼ਨ ਦਾ ਸਭ ਤੋਂ ਬੜਾ ਅਦਾਰਾ ਹੈ, ਉਹ ਰੋਲ ਮਾਡਲ ਬਣਦਾ ਹੈ। ਉੱਥੇ ਬੱਚੇ ਵੀ ਉਹ ਜਾਂਦੇ ਨੇ ਜਿਹੜੇ ਘੱਟੋ ਘੱਟ 2.5% ਪਾਪੂਲੇਸ਼ਨ ਚੋਂ ਬੱਚੇ ਜਾਂਦੇ ਨੇ, ਉਹ ਜਿਹੜੇ ਯੂਨੀਵਰਸਿਟੀਆਂ ਤੱਕ ਜਾਂਦੇ ਨੇ, ਯੂਨੀਵਰਸਿਟੀਆਂ 'ਚ ਪੜ੍ਹਦੇ ਨੇ। ਜਿਹੜਾ ਪਹਿਲੀ 'ਚ ਪੜ੍ਹਨਾ ਸਟਾਰਟ ਕਰਦਾ ਬੱਚਾ, ਸਾਡੀਆਂ ਯੂਨੀਵਰਸਿਟੀਆਂ ਜਾਣ ਵਾਲਿਆਂ ਦੀ ਸੰਖਿਆ 2.5% ਆ ਉਹਨਾਂ ਚੋਂ, ਜਿਹੜੇ ਐਜੂਕੇਟਡ ਨੇ ਉਹਨਾਂ ਚੋਂ। ਤੇ ਇਹਦਾ ਮਤਲਬ ਕਿ ਐਲੀਟ ਕਲਾਸ ਆ ਇੱਕ ਲੈਵਲ ਦੀ, ਚਾਹੇ ਉਹ ਗਰੀਬ ਵੀ ਹੋਣ ਬਾਕੀ ਹੋਣ, ਪਰ ਉੱਥੇ ਜਾਣ ਦਾ ਮੌਕਾ ਮਿਲਦਾ। ਜੇ ਉੱਥੇ ਜਾ ਕੇ ਸਾਡੇ ਕਿਰਦਾਰ ਤੇ ਸਾਡਾ ਚੱਲ ਚੱਲਣ, ਸਾਡੇ ਸੰਬੰਧ ਜੇ ਉਹ ਇਹੋ ਜਿਹਾ ਪ੍ਰਦਰਸ਼ਨ ਕਰਨਗੇ, ਤਾਂ ਅਸੀਂ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾ ਸਕਦੇ ਹਾਂ, ਲੈ ਕੇ ਜਾ ਰਹੇ ਹਾਂ,
ਇਹਦੀ ਚਿੰਤਾ ਕਰਨੀ ਚਾਹੀਦੀ ਹੈ ਮੇਰੇ ਖਿਆਲ। ਇਹਨੂੰ ਠੀਕ ਤੁਹਾਡੀ ਗੱਲ ਕਿ ਇਹਨੂੰ ਬੌਧਿਕ ਅਲੀਟ ਹੀ ਮੰਨਣਾ ਚਾਹੀਦਾ। ਬੌਧਿਕ ਤੌਰ ਤੇ ਸਭ ਤੋਂ ਬਿਹਤਰ ਲੋਕ ਯੂਨੀਵਰਸਿਟੀਆਂ 'ਚ ਬੈਠੇ, ਭਾਵੇਂ ਉਹ ਰਿਸਰਚ ਕਰ ਰਹੇ ਨੇ, ਭਾਵੇਂ ਉਹ ਉੱਥੇ MA ਕਰ ਰਹੇ ਨੇ ਕਿਸੇ ਵਿਸ਼ੇ ਦੇ ਵਿੱਚ, MSc ਕਰ ਰਿਹਾ ਕੋਈ, ਉਹ ਸਾਰੇ ਦੇ ਸਾਰੇ ਉਹ ਲੋਕ ਨੇ ਜਿਹੜੇ ਦੂਜਿਆਂ ਨੂੰ ਪਛਾੜ ਕੇ ਅੱਗੇ ਆਏ ਨੇ, ਜਾਂ ਜਿਹੜੇ ਸਮਰੱਥ ਨੇ ਔਰ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਇਹ ਕਰ ਸਕਦੇ ਹਾਂ। ਪੜ੍ਹਨਾ ਕਿਹੜਾ ਸੌਖਾ ਹੈ, ਰਿਸਰਚ ਕਰਨੀ ਕਿਹੜੀ ਸੌਖੀ ਹੈ। ਪਰ ਤੁਸੀਂ ਦੂਜਾ ਮੁੱਦਾ ਵੀ ਬਹੁਤ ਅਹਿਮ ਉਠਾਇਆ ਕਿ ਹਾਂ, ਜ਼ਰੂਰੀ ਨਹੀਂ ਕਿ ਜੇ ਪ੍ਰੋਫੈਸਰ ਦੇ ਖਿਲਾਫ ਬੱਚੇ ਇੰਨੇ ਬੇਚੈਨੀ ਨਾਲ ਉੱਬਲ ਕੇ ਅੱਗੇ ਆਏ ਆ ਤਾਂ ਉਹ ਇੱਕ ਦਿਨ ਦੀ ਘਟਨਾ ਨਹੀਂ ਹੋ ਸਕਦੀ। ਹੋ ਸਕਦਾ ਕਿ ਇਹਦੇ ਪਿੱਛੇ ਕਾਫੀ ਵਰਤਾਰਾ ਇਹੋ ਜਿਹਾ ਹੋਵੇ, ਤੁਹਾਡੇ ਵਿਹਾਰ ਦਾ ਮਾਮਲਾ ਵੀ ਹੋ ਸਕਦਾ, ਤੁਹਾਡੀ ਭਾਸ਼ਾ ਦਾ ਮਾਮਲਾ ਵੀ ਹੋ ਸਕਦਾ, ਬੱਚੇ ਤੁਹਾਡੇ ਤੋਂ ਪਹਿਲਾਂ ਦੇ ਆਵਾਜ਼ਾਰ ਹੋ ਸਕਦੇ ਆ ਔਰ ਕਿਸੇ ਟ੍ਰਿਗਰ ਪੁਆਇੰਟ ਤੇ ਆ ਕੇ ਉਹ ਫਿਰ ਅੱਗ ਬਬੂਲਾ ਹੋ ਗਏ। ਸਾਰੀਆਂ ਗੱਲਾਂ ਨਾਲ ਦੀ ਨਾਲ ਹੈ, ਪਰ ਹੈਂਡਲ ਕਿਨੇ ਕਰਨੀਆਂ ਨੇ। ਸਭ ਤੋਂ ਅਖੀਰ ਦੇ ਵਿੱਚ ਕਾਹਲੀ ਦੇ ਵਿੱਚ ਸਰਦਾਰ ਹਰਮੀਤ ਸਿੰਘ ਜੀ ਇੱਕ ਟੱਚ ਕਰ ਦਿਓ ਪੁਆਇੰਟ, ਜਦੋਂ ਕੱਲ ਰਵਨੀਤ ਬਿੱਟੂ ਲਗਾਤਾਰ ਸਾਰਿਆਂ ਨੂੰ ਨਿਸ਼ਾਨੇ ਤੇ ਲੈ ਰਹੇ ਸੀ ਵੀ ਜਿਹਨੇ ਕਾਂਗਰਸ 'ਚ ਰਹਿਣਾ ਉਹ ਕਾਂਗਰਸ ਹਾਈ ਕਮਾਂਡ ਦੀ ਮੰਨੇ, ਤਾਂ ਹੋ ਚੁੱਕਿਆ ਜੀ ਗੱਠਜੋੜ, ਤੁਸੀਂ ਨਹੀਂ ਮੰਨਦੇ ਤਾਂ ਛੱਡ ਦਿਓ ਕਾਂਗਰਸ, ਉਹ ਸਿੱਧਾ ਪ੍ਰਤਾਪ ਸਿੰਘ ਬਾਜਵੇ ਨੂੰ ਜਾਂ ਰਾਜਾ ਵੜਿੰਗ ਜਾਂ ਬਾਕੀ ਜਿਹੜੇ ਵੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਕਹਿ ਰਹੇ ਸੀਗੇ। ਤੇ ਅੱਜ ਉਹਨਾਂ ਦੇ ਵਰਗੇ ਹੀ, ਕਿਉਂਕਿ ਬਿੱਟੂ ਵੀ ਕਦੇ ਯੂਥ ਪ੍ਰਧਾਨ ਰਹੇ ਆ, ਰਾਜਾ ਵੜਿੰਗ ਵੀ, ਬਰਿੰਦਰ ਢਿੱਲੋਂ ਵੀ ਯੂਥ ਪ੍ਰਧਾਨ ਰਹੇ ਆ, ਉਹਨਾਂ ਨੇ ਕੁਝ ਬੰਦੇ ਕੋਲ ਬਿਠਾ ਕੇ ਕਿਹਾ ਕਿ ਬਹੁਤੀਆਂ ਛਾਲਾਂ ਮਾਰ ਕੇ ਅੱਗੇ ਨਾ ਵਧੋ, ਥੋੜਾ ਜਿਹਾ ਪਿਛਾਂ ਵੀ ਵੇਖੋ ਸਾਡੇ ਬੰਦਿਆਂ ਨਾਲ ਹੋ ਕੀ ਰਿਹਾ, ਔਰ ਬੜੇ ਤਲਖ ਨਜ਼ਰ ਆ ਰਹੇ ਸੀ। ਇੱਕ ਸਿੰਪਲ ਜੀ ਅਮਨ ਕਾਨੂੰਨ ਦੀ ਸਥਿਤੀ ਨੂੰ ਵੀ ਇਸੇ ਨਜ਼ਰੀਏ ਨਾਲ ਆਪਾਂ ਦੇਖ ਸਕਦੇ ਹਾਂ। ਇਹਨੂੰ ਜ਼ਰਾ ਜ਼ਬਾਨ ਦੇ ਦਿਓ। ਜਿਹੜੇ ਦੋਨਾਂ ਦੇ ਸਟੈਂਡ ਨੇ ਆਪੋ ਆਪਣੇ, ਪੰਜਾਬ ਕਾਂਗਰਸ ਦੇ ਦੋ ਸਟੈਂਡ ਬਣ ਗਏ, ਇੱਕ ਸਿਟਿੰਗ MP ਜੀ ਦਾ ਤੇ ਇੱਕ ਦੂਸਰੇ ਜਿਹੜੇ ਵੀ ਬੰਦੇ ਲੀਡਰ ਨੇ, ਜਿਹੜੇ ਕੋਈ CLP ਲੀਡਰ ਵੀ ਹੈ, ਪ੍ਰਧਾਨ ਵੀ ਹੈ, ਜਾਂ ਉਹਦੇ ਤੋਂ ਬਿਨਾਂ ਜਿਹੜੇ ਬੰਦੇ। ਨਾਰਮਲੀ ਜਿਹੜੇ ਬੰਦੇ ਇੱਥੋਂ ਦੀ ਗਰਾਊਂਡ ਰਿਐਲਿਟੀ ਨੂੰ ਦੇਖ ਰਹੇ ਨੇ ਉਹਨਾਂ ਨੂੰ ਤਾਂ ਇਹ ਲੱਗ ਹੀ ਰਿਹਾ ਕਿ ਸਾਡਾ ਨੁਕਸਾਨ ਹੋਏਗਾ, ਔਰ ਇਹ ਠੀਕ ਲੱਗ ਰਿਹਾ ਗਲਤ ਲੱਗ ਰਿਹਾ ਇਹ ਅਲੱਗ ਗੱਲ ਹੈ। ਉਹਨਾਂ ਦੇ ਥਾਟ ਪ੍ਰੋਸੈਸ ਹੈ, ਉਹਨਾਂ ਨੇ ਸੋਚਣਾ ਹੈ। ਔਰ ਕਿਸੇ ਵੀ ਰੀਜਨ ਦੇ ਲੀਡਰ ਨੂੰ, ਕਿਸੇ ਵੀ ਇਕੱਲੇ ਲੀਡਰ ਨੂੰ ਵੀ ਇਹ ਸੋਚਣ ਦਾ ਤੇ ਆਪਣੀ ਗੱਲ ਕਹਿਣ ਦਾ ਡੈਮੋਕ੍ਰੇਸੀ 'ਚ ਰਾਈਟ ਹੋਣਾ ਚਾਹੀਦਾ ਕਿ ਉਹ ਗਵਰਨਮੈਂਟ ਮਤਲਬ ਉਹ ਤੁਹਾਡੀ ਹਾਈ ਕਮਾਂਡ ਵੀ ਹੋਵੇ ਜਿਹੜਾ ਮਰਜੀ, ਉਹਦੇ ਸਾਹਮਣੇ ਪੂਰੀ ਆਪਣੀ ਗੱਲ ਰੱਖਣ ਦਾ ਤੇ ਆਪਣਾ ਪੂਰੀ ਤਰ੍ਹਾਂ ਇਹ ਕਹਿਣ ਦਾ ਕਿ ਅਸੀਂ ਤੁਹਾਡੀ ਗੱਲ ਨਹੀਂ ਵੀ ਮੰਨ ਸਕਦੇ। ਇੱਥੋਂ ਤੱਕ ਵੀ ਡੈਮੋਕ੍ਰੇਸੀ ਤੇ ਜਾਂਦੀ ਹੈ ਨਾ ਕਿ ਉਹ ਹੱਕ ਹੋਣਾ ਚਾਹੀਦਾ। ਦੂਜੇ ਨੂੰ ਇਹ ਵੀ ਹੱਕ ਹੋਣਾ ਚਾਹੀਦਾ ਕਿ ਜਿਹਨੂੰ ਇਹ ਲੱਗਦਾ, ਖਾਸ ਤੌਰ ਤੇ ਜਿਹੜੇ ਸਿਟਿੰਗ MP ਨੇ, ਉਹਨਾਂ ਦਾ ਇਮੀਡੀਏਟ ਮੈਨੂੰ ਏਜੰਡਾ ਜ਼ਿਆਦਾ ਲੱਗਦਾ ਕਿ ਆਪਾਂ ਨੂੰ ਤਾਂ ਮਿਲੀ ਜਾਣਗੀਆਂ ਟਿਕਟਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਿਟਿੰਗ MP ਹੋਣ ਦੇ ਨਾਤੇ ਉਸ ਪੱਧਰ ਦੇ ਉੱਤੇ ਜਾ ਕੇ। ਔਰ ਇਸ ਤੋਂ ਅਗਲੀ ਗੱਲ ਇਹ ਹੈ ਕਿ ਛੱਡ ਕੇ ਕੋਈ ਸਹਿਮਤੀ ਤੇ ਪਹੁੰਚਦਾ, ਹਾਈ ਕਮਾਂਡ ਆਪੇ ਬੁਲਾਏਗੀ, ਸਾਰਿਆਂ ਨੂੰ ਬੁਲਾਉਣਾ ਚਾਹੀਦਾ ਤੇ ਸਭ ਦੀ ਰਾਏ ਸੁਣੋ, ਦੋਨਾਂ ਦੀ ਪਾਪੂਲਰ ਰਾਏ ਕੀ ਹੈ ਤੇ ਉਦੋਂ ਬਾਅਦ ਪਤਾ ਲੱਗੂਗਾ। ਹਾਂ, ਉਦੋਂ ਬਾਅਦ ਉਹ ਫੈਸਲਾ ਇਸ ਐਂਗਲ ਤੋਂ ਕਰਨਗੇ ਨਾ ਵੀ ਠੀਕ ਹੈ ਇੱਥੇ ਨੁਕਸਾਨ ਹੋ ਰਿਹਾ ਪਰ ਨੈਸ਼ਨਲ ਲੈਵਲ ਤੇ ਫਾਇਦਾ ਹੋ ਰਿਹਾ, ਆਹ ਚੀਜ਼ਾਂ ਨੇ, ਮੇਨ ਥ੍ਰੈਟ ਕੀ ਹੈ, ਕਿਹਨੂੰ ਚੈਲੰਜ ਕਰਨਾ ਹੈ, ਉਹ ਆਪੋ ਆਪਣੇ ਲੌਜਿਕ ਹੋਣਗੇ। ਪਰ ਸਟੇਟ ਦੀ ਲੀਡਰਸ਼ਿਪ ਐਂ ਵੰਡ ਕੇ ਇੱਕ ਦੂਜੇ ਨੂੰ ਕੋਈ ਤੂੰ ਪਾਰਟੀ ਛੱਡ ਜਾ, ਨਹੀਂ ਤਾਂ ਤੂੰ ਪਾਰਟੀ ਛੱਡ ਜਾ, ਇਹ ਜਿਹੜੇ ਵੋਕੈਬਲਰੀ ਹੈ, ਜਿਹੜੀ ਸ਼ਬਦਾਵਲੀ ਹੈ, ਇਹ ਇਹੋ ਜਿਹੀ ਉਹ ਹੈ ਵੀ ਜਾਂ ਤੂੰ ਮੇਰੇ ਨਾਲ ਹੈ ਜਾਂ ਦੁਸ਼ਮਣ ਨਾਲ ਹੈ ਤੇ ਤੇਰਾ ਵਿਚਾਰ ਦਾ ਕੋਈ ਰਸਤਾ ਨਹੀਂ। ਸਾਡੇ ਇਹੀ ਬਾਈਨਰੀ ਬਣ ਰਹੀ ਹੈ ਕੰਟਰੀ 'ਚ। ਉਹ ਕਹਿੰਦਾ ਜਾਂ ਤੂੰ ਸਰਕਾਰ ਵੀ ਇੱਧਰ ਹੀ ਲੈ ਰਹੀ ਹੈ ਮਾਮਲੇ ਵੀ, ਜਾਂ ਤੂੰ ਮੇਰੇ ਨਾਲ ਹੈ ਜਾਂ ਤੂੰ ਵਿਰੋਧੀ ਨਾਲ ਹੈ, ਵਿੱਚ ਵਿਚਾਲੇ ਕੋਈ ਰਾਏ ਨਹੀਂ ਹੁੰਦੀ ਕਿਸੇ ਵੀ ਲੈਵਲ ਦੀ। ਇਹ ਅਸਲ 'ਚ ਅਨਡੈਮੋਕ੍ਰੇਟਿਕ ਐਟੀਟਿਊਡ ਹੈ ਬਣਿਆ ਹੋਇਆ ਦੋਨੇ ਧਿਰਾਂ ਦੇ ਵਿੱਚ, ਜਾਂ ਸੋਚ ਪ੍ਰਣਾਲੀ 'ਚ ਸਾਡੇ ਜਿਹੜੇ ਵੀ ਬੰਦੇ ਅਗਵਾਈ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਪਰਮਾਨੈਂਟ ਸੋਚ ਪ੍ਰਣਾਲੀ ਬਣ ਗਿਆ, ਤੁਹਾਡਾ ਥਾਟ ਪ੍ਰੋਸੈਸ ਬਣ ਗਿਆ, ਤਾਂ ਇਸੇ ਥਾਟ ਨੂੰ ਤੁਸੀਂ ਲੋਕਾਂ ਤੇ ਇੰਪਲੀਮੈਂਟ ਕਰਦੇ ਹੋ। ਫਿਰ ਕੱਲ ਨੂੰ ਜਦੋਂ ਉਹ ਗੱਲ ਕਰਦੇ ਨੇ ਫਿਰ ਕੋਈ ਪ੍ਰੋਟੈਸਟ ਵੀ ਕਰਨਗੇ, ਮੁਜ਼ਾਹਰਾ ਕਰਨਗੇ, ਕੁਝ ਵੀ ਕਰਨਗੇ, ਪਰਿਵਾਰ 'ਚ ਕਰਨਗੇ, ਪਾਰਟੀ ਦੇ ਅੰਦਰ ਕਰਨਗੇ, ਕਹਿਣਗੇ ਦੁਸ਼ਮਣ ਆ ਗਿਆ। ਤੁਸੀਂ ਉਹਨੂੰ ਡਾਇਵਰਸ ਦੀ ਤਰ੍ਹਾਂ ਨਹੀਂ ਦੇਖ ਰਹੇ, ਬਖਰੇਵੇਂ ਦੀ ਤਰ੍ਹਾਂ ਨਹੀਂ ਦੇਖ ਰਹੇ, ਦੁਸ਼ਮਣੀ ਦੀ ਤਰ੍ਹਾਂ ਦੇਖਣ ਲੱਗ ਜਾਂਦੇ ਹੋ। ਇਹੀ ਤੁਹਾਡੇ ਫੈਸਲਿਆਂ ਨੂੰ ਗਲਤ ਕਰਦਾ ਆਉਣ ਵਾਲੇ ਸਮਿਆਂ 'ਚ ਸਾਰਿਆਂ ਕਿਤੇ। ਇਸ ਲਈ ਇਹਦੇ ਤੋਂ ਮੇਰੇ ਖਿਆਲ ਹੈ ਪਾਰਟੀ ਇਕੱਲੀ ਐ ਕਹਿ ਕੇ ਨਹੀਂ ਬਚ ਸਕਦੀ। ਇੱਕ ਐਵੋਲੂਸ਼ਨਰੀ ਪ੍ਰੋਸੈਸ ਹੁੰਦਾ ਹੈ, ਨੈਗੋਸ਼ੀਏਸ਼ਨ ਕਰਨ ਤੋਂ ਬਾਅਦ ਇਹ ਪੈਦਾ ਹੁੰਦੀਆਂ ਨੇ ਚੀਜ਼ਾਂ, ਧਾਰਨਾਵਾਂ ਮਨੁੱਖਾਂ ਵਿੱਚ। ਪੰਜਾਬ ਵੀਕ ਹੋ ਰਿਹਾ ਇਹਨਾਂ ਸਾਰੇ ਮਾਮਲਿਆਂ 'ਚ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।